ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਹਾਂ, ਥੋੜੀ ਜਿਹੀ ਤਕਨੀਕੀ ਦਿੱਕਤ ਕਾਰਨ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਸਾਨੂੰ ਦੇਰੀ ਹੋਈ ਹੈ, ਉਹਦੇ ਲਈ ਮੁਆਫੀ। ਤੁਹਾਨੂੰ ਪਤਾ, ਜਿੱਦਾਂ ਕਿ ਅਸੀਂ ਪਿਛਲੇ ਦਿਨਾਂ ਤੋਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ, BC ਦੇ ਵਿੱਚ ਇਲੈਕਸ਼ਨ ਅਨਾਊਂਸ ਹੋ ਚੁੱਕੀ ਹੈ। ਕੱਲ੍ਹ ਤੁਹਾਡੇ ਨਾਲ ਅਸੀਂ ਵਾਅਦਾ ਕੀਤਾ ਸੀ ਕਿ ਅੱਜ ਅਸੀਂ BC ਲਿਬਰਲ ਤੇ BC NDP ਤੋਂ ਇੱਕ ਉਮੀਦਵਾਰ ਜਿਹੜੇ ਆ ਉਹ ਸਾਡੇ ਨਾਲ ਹੋਣਗੇ। ਜਗਰੂਪ ਬਰਾੜ ਤੇ ਗੈਰੀ ਥਿੰਦ ਹੋਰੀ ਸਾਡੇ ਨਾਲ ਨੇ। ਸਰੀ ਫਰੀਦਕੋਟ ਹਲਕੇ ਤੋਂ MLA ਲਈ ਲੜ ਰਹੇ ਨੇ। ਦੋਵੇਂ ਕੈਂਡੀਡੇਟ ਫਰੀਦਕੋਟ ਹਲਕੇ ਲਈ ਪੁਰਾਣੇ ਨਹੀਂ ਹੈ, ਜਿਹੜੇ ਪੁਰਾਣੇ ਨੇ, ਇਹਨਾਂ ਨੂੰ ਕੋਈ ਨਵੇਂ ਨਹੀਂ ਹੈ ਕਿ ਜਿਹੜਾ ਕੋਈ ਜਾਣਦਾ ਨਹੀਂ ਹੈ। ਬਰਾੜ ਸਾਹਿਬ ਪਿਛਲੇ ਲੰਬੇ ਸਮੇਂ ਤੋਂ MLA ਚੱਲੇ ਆਉਂਦੇ ਨੇ। 2004 ਦੇ ਵਿੱਚ, 5 ਦੇ ਵਿੱਚ, ਹੁਣ ਤੱਕ ਇੱਕ ਵਾਰ ਉਹ ਇਲੈਕਸ਼ਨ ਉਹਨਾਂ ਨੇ ਉੱਥੋਂ ਹਾਰੀ ਆ। ਗੈਰੀ ਥਿੰਦ ਹੋਰੀ ਸਕੂਲ ਟਰਸਟੀ ਨੇ, ਪਿਛਲੀ ਵਾਰ ਵੀ ਸੀਗੇ, ਉਹਨਾਂ ਨੂੰ ਵੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਬਹੁਤ ਲੰਬੀ ਚੌੜੀ ਅਸੀਂ ਇਹਦੀ ਇੰਟਰੋਡਕਸ਼ਨ ਦੇ ਵਿੱਚ ਨਹੀਂ ਜਾ ਰਹੇ। ਔਰ ਦੂਜੀ ਗੱਲ ਕਿ ਅਸੀਂ ਇਹ ਮੁੱਦਾ ਸਿਰਫ ਸਰੀ ਫਰੀਦਕੋਟ ਦਾ ਨਹੀਂ ਆ, ਇਹ ਇਨ ਜਨਰਲ ਬਹੁਤ ਸਾਰੇ ਲੋਕਾਂ ਦੇ ਕੰਸਰਨ ਨੇ। ਔਰ ਬੇਸਿਕਲੀ ਸਾਰੇ BC ਦੇ ਇਹ ਇਸ਼ੂਜ਼ ਨੇ ਜਿਹੜੇ ਅਸੀਂ ਅੱਜ ਡਿਸਕਸ ਕਰਨੇ ਆ। ਔਰ ਜਿਹੜਾ ਲੋਕਾਂ ਦਾ, ਕਮਿਊਨਿਟੀ ਦਾ ਇਹ ਸਵਾਲ ਨੇ, ਉਹ ਅਸੀਂ ਇਹਨਾਂ ਦੋਹਾਂ ਕੈਂਡੀਡੇਟਸ ਦੇ ਨਾਲ ਪੁੱਛਾਂਗੇ। ਕੋਈ ਤੁਹਾਡਾ ਸਵਾਲ ਆ, ਫੇਸਬੁੱਕ ਦੇ ਉੱਤੇ ਅਸੀਂ ਲਾਈਵ ਆ, ਥੱਲੇ ਲਿਖ ਸਕਦੇ ਹੋ। ਇਹਦਾ ਕੋਈ ਡਿਬੇਟ ਦਾ ਅਸੀਂ ਉਸ ਕਿਸਮ ਦਾ ਜਿਹੜਾ ਇੱਕ ਫਾਰਮੈਟ ਹੁੰਦਾ ਉਹਨੂੰ ਨਹੀਂ ਅਸੀਂ ਫੋਲੋ ਕਰ ਰਹੇ। ਜਿਹੜੇ ਇਸ਼ੂ ਨੇ ਉਹਨਾਂ ਕੁਝ ਇਸ਼ੂਜ਼ ਦੇ ਉੱਤੇ ਅਸੀਂ ਦੋਵਾਂ ਉਮੀਦਵਾਰਾਂ ਤੋਂ, ਜਿਹੜੇ ਕਿ ਦੋਵਾਂ ਮੇਨ ਪਾਰਟੀਆਂ ਦੀ ਰਿਪਰੈਜ਼ੈਂਟੇਸ਼ਨ ਕਰ ਰਹੇ ਆ, ਉਹਨਾਂ ਦੋਹਾਂ ਕੋਲੋਂ ਇਹਨਾਂ ਦੇ ਉੱਤੇ ਜਿਹੜੀ ਗੱਲਬਾਤ ਸੁਣਾਂਗੇ। ਉਹਦੇ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਹਨਾਂ ਦੇ ਉੱਤਰ ਤੋਂ ਜ਼ਿਆਦਾ ਸੰਤੁਸ਼ਟ ਹੋ ਤੇ ਕਿਹਨਾਂ ਨੂੰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ। ਬਰਾੜ ਸਾਹਿਬ, ਥਿੰਦ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੁਸੀਂ ਸਮਾਂ ਕੱਢਿਆ ਸਾਡੇ ਇੱਕ ਸਦੇ ਦੇ ਉੱਤੇ, ਬਹੁਤ-ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ ਚੈਨਲ ਪੰਜਾਬੀ ਦਾ ਤੇ ਤੁਹਾਡਾ ਤੇ ਤੁਹਾਡੇ ਸਾਰੇ ਜਿਹੜੇ ਸਰੋਤੇ ਆਪਣਾ ਦਰਸ਼ਕ ਨੇ, ਤੁਹਾਨੂੰ ਸਾਰਿਆਂ ਨੂੰ ਮੇਰੀ ਨਿੱਘੀ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ, ਨਮਸਕਾਰ ਤੇ ਗੁੱਡ ਆਫਟਰਨੂਨ ਜੀ। ਸਤਿ ਸ਼੍ਰੀ ਅਕਾਲ ਜੀ। ਜਸਕਰਨ ਭਾਈ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਸਾਰੇ ਵੀਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ, ਤੁਹਾਡੇ ਤੋਂ ਅਸੀਂ ਸ਼ੁਰੂ ਕਰਦੇ ਹਾਂ। ਬਿਲਕੁਲ ਜੀ। ਸਭ ਤੋਂ ਮੁੱਦੇ ਹੋਰ ਵੀ ਬਹੁਤ ਸਾਰੇ ਨੇ, ਪਰ ਇੱਕ ਮੁੱਦਾ ਜਿਹੜਾ ਇਸ ਵੇਲੇ ਚੱਲ ਰਿਹਾ ਵੀ ਇਸ ਵੇਲੇ ਇਲੈਕਸ਼ਨ ਕਿਉਂ ਕਾਲ ਕੀਤੀ। ਤੁਸੀਂ ਕੰਮ ਕੀਤੇ ਸੀ, ਜਿਹੜਾ ਮਿਨੀਮਮ ਵੇਜਸ ਵੱਧ ਗਿਆ, ਟੋਲ ਹਟ ਗਏ। ਜੇ ਸਾਲ ਬਾਅਦ ਵੀ ਇਲੈਕਸ਼ਨ ਕਰਾ ਲੈਂਦੇ ਤੁਸੀਂ ਜਿੱਤ ਜਾਣਾ ਸੀ, ਇਸ ਗੱਲ ਦੀ ਸੰਭਾਵਨਾ ਸੀਗੀ। ਇਹ ਪੈਂਡੈਮਿਕ ਦੇ ਵਿੱਚ ਲੋਕਾਂ ਨੂੰ ਕਿਉਂ ਇਹ ਇਲੈਕਸ਼ਨ ਦੇ ਵਿੱਚ ਸਿੱਟਿਆ ਗਿਆ? ਔਰ ਜਿਹੜੇ ਗ੍ਰੀਨ ਵਾਲੇ ਉਹਨਾਂ ਨੇ ਬੜੇ ਸਟਰੋਂਗਲੀ ਕਿਹਾ ਕਿ ਅਸੀਂ ਕੁਝ ਨਹੀਂ ਸੀ ਕਿਹਾ, ਸਾਡੇ ਵੱਲੋਂ ਕੋਈ ਇਸ਼ੂ ਨਹੀਂ ਸੀ, ਇਹ ਆਪਣੇ ਮਤਲਬ ਲਈ ਜਾਂ ਇੱਕ ਪੋਲੀਟੀਕਲ ਫਾਇਦੇ ਲਈ ਇਲੈਕਸ਼ਨ ਕਾਲ ਕੀਤੀ ਗਈ ਹੈ। ਦੇਖੋ ਜੀ, ਗੱਲ ਇਹ ਹੈ ਕਿ ਜਿਹੜਾ COVID-19 ਹੈ, ਉਸ ਨੇ ਜਿਹੜਾ BC ਦੇ ਲੋਕਾਂ ਦੀ ਸੇਫਟੀ ਔਰ BC ਦੀ ਇਕਨੋਮੀ ਨੂੰ ਜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਬਿਲਕੁਲ। ਔਰ BC ਦੇ ਲੋਕ ਬੜੇ ਔਖੇ ਸਫ਼ਰ ਦੇ ਵਿੱਚੋਂ ਗੁਜ਼ਰ ਰਹੇ ਆ। ਔਰ ਜੌਨ ਹੌਰਗਨ ਸਰਕਾਰ ਨੇ ਜਿਹੜਾ ਕੋਵਿਡ ਤੋਂ ਪਹਿਲਾਂ ਔਰ ਕੋਵਿਡ ਸਮੇਂ ਜਿਹੜਾ ਹੈਗਾ ਇੱਕ ਬੜੀ ਵੱਡੀ ਜਿਹੜੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਹੈਗਾ BC ਦੀ ਇਕਨੋਮੀ ਤੇ BC ਦੇ ਲੋਕਾਂ ਦੀ ਸੇਫਟੀ ਨੂੰ ਜਿਹੜਾ ਉਸ ਨੂੰ ਬਰਕਰਾਰ ਰੱਖਿਆ। ਔਰ ਇਸ ਕਰਕੇ ਜਿਹੜਾ ਇਹ ਬੜਾ ਸੰਜੀਦਾ ਸਮਾਂ ਹੈ ਇਸ ਵੇਲੇ ਸਾਨੂੰ ਲੋੜ ਹੈ ਇੱਕ ਸਟੇਬਲ ਤੇ ਸਟਰੋਂਗ ਸਰਕਾਰ ਦੀ, ਜਿਹੜੀ ਕਿ ਬਲਕਿ ਅਗਲੇ 12 ਮਹੀਨਿਆਂ ਵਾਸਤੇ ਨਹੀਂ, ਬਲਕਿ ਅਗਲੇ 4 ਸਾਲ ਤੱਕ ਜਿਹੜਾ ਉਹ ਕੰਮ ਕਰ ਸਕੇ। ਕਿਉਂਕਿ ਜਿਹੜਾ COVID-19 ਹੈ ਇਹ ਕਿਤੇ ਜਾਣ ਵਾਲਾ ਨਹੀਂ। ਇੰਸਟੇਬਿਲਿਟੀ ਕਿਹੜੀ ਸੀ ਇਸ ਵੇਲੇ? ਇਹਦੇ 'ਚ ਇਹ ਕਿਤੇ ਜਾਣ ਵਾਲਾ ਨਹੀਂ। ਔਰ ਇਹਦੇ ਜਿਹੜਾ ਹੈਗਾ, ਜੇ ਸਾਲ ਬਾਅਦ ਵੀ ਚੋਣ ਕਰਾਉਂਦੇ ਹਾਂ ਅਸੀਂ ਤਾਂ ਵੀ COVID-19 ਚੋਣ ਹੀ ਹੋਣੀ ਹੈ। ਉਹਦੇ 'ਚ ਇਹ ਹੈਗਾ ਕਿ ਉਹਦੇ 'ਚ ਜਿਹੜਾ ਹੈਗਾ ਸਾਡਾ ਗ੍ਰੀਨ ਪਾਰਟੀ ਤੁਸੀਂ ਜ਼ਿਕਰ ਕੀਤਾ, ਉਹਦੇ 'ਚ 2 ਜਿਹੜੇ ਸਾਡੇ ਅਹਿਮ ਬਿੱਲ ਸੀ ਪਿਛਲੇ ਸੈਸ਼ਨ ਦੇ ਵਿੱਚ, ਉਹਨਾਂ ਨੇ ਜਿਹੜਾ ਉਸ ਨੂੰ ਸਪੋਰਟ ਕਰਨ ਤੋਂ ਨਾ ਕੀਤੀ। ਉਸ ਤੋਂ ਇਲਾਵਾ ਜਿਹੜਾ ਗ੍ਰੀਨ ਪਾਰਟੀ ਦੇ ਨਵੇਂ ਲੀਡਰ ਨੇ, ਪਹਿਲੀ ਗੱਲ ਤਾਂ ਜਿਹੜੇ ਪਹਿਲੇ ਲੀਡਰ ਨੇ ਉਹ ਛੱਡ ਕੇ ਜਾ ਚੁੱਕੇ ਆ। ਬਿਲਕੁਲ। ਉਹ ਜਾ ਕੇ ਆਪਣਾ ਪ੍ਰੋਫੈਸਰ ਦਾ ਕੰਮ ਉਹਨਾਂ ਨੇ ਕਹਿੰਦੇ ਕਰਨਾ। ਔਰ ਜਿਹੜੇ ਗ੍ਰੀਨ ਪਾਰਟੀ ਦੇ ਨਵੇਂ ਲੀਡਰ ਨੇ, ਸੋਨੀਆ ਜੀ, ਉਹਨਾਂ ਨੇ ਗੱਲ ਕਹੀ ਹੈ ਕਿ ਮੈਂ ਤੁਹਾਡਾ ਸ਼ਾਇਦ ਅਗਲਾ ਬਜਟ ਜਿਹੜਾ ਹੈਗਾ ਉਸ ਨੂੰ ਸਪੋਰਟ ਨਾ ਕਰ ਸਕਾਂ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਚੈਲੰਜ ਹੈਗਾ। ਇਸ ਕਰਕੇ ਜਿਹੜਾ ਜੌਨ ਹੌਰਗਨ ਨੂੰ ਇਸ ਵੇਲੇ ਜਾਂ BC ਦੇ ਵਿੱਚ ਇੱਕ ਸਟੇਬਲ ਸਟਰੋਂਗ ਸਰਕਾਰ ਚਾਹੀਦੀ ਹੈ। ਪਰ ਸੋਨੀਆ ਫਰਸਟਨੋ ਦੀ ਬਹੁਤ ਜ਼ਬਰਦਸਤ ਸਟੇਟਮੈਂਟ ਆਈ ਹੈ ਇਸ ਗੱਲ ਦੇ ਉੱਤੇ। ਉਹਨਾਂ ਨੇ ਬਾਰ-ਬਾਰ ਕਿਹਾ ਕਿ ਜਾਣਬੁੱਝ ਕੇ ਇਲੈਕਸ਼ਨ ਕਰਵਾਈ ਗਈ ਹੈ ਸਾਡੇ। ਉਹਨਾਂ ਨੇ ਕੁਝ ਕਹਿਣਾ ਜੀ, ਉਹ ਉਹਨਾਂ ਦੀ ਮਰਜ਼ੀ ਹੈ। ਪਰ ਜਿਹੜੀ ਹਕੀਕਤ ਇਹ ਹੈਗੀ, 2 ਮੈਂ ਤੁਹਾਨੂੰ ਗੱਲ ਦੱਸਣ ਲੱਗਾ ਹਕੀਕਤ ਦੇ ਵਿੱਚ। ਪਹਿਲੀ ਕਿ ਉਹਨਾਂ ਨੇ 2 ਜਿਹੜੇ ਬਿੱਲ ਨੇ ਬੜੇ ਅਹਿਮ ਬਿੱਲ ਨੇ। ਇੱਕ ਜਿਹੜੇ ਨੌਜਵਾਨ ਬੱਚੇ ਜਿਹੜੇ ਹੈਗੇ ਡਰੱਗ ਦੇ ਵਿੱਚ ਪਏ, ਉਹਨਾਂ ਸੰਬੰਧੀ ਬਿੱਲ ਸੀਗਾ, ਉਸ ਬਿੱਲ ਨੂੰ ਸਪੋਰਟ ਕਰਨ ਤੋਂ ਉਹਨਾਂ ਨੇ ਨਾ ਕੀਤਾ। ਇੱਕ ਹੋਰ ਬਿੱਲ ਸੀਗਾ। ਇਸ ਤੋਂ ਇਲਾਵਾ ਉਹਨਾਂ ਨੇ ਗੱਲ ਇਹ ਕਹੀ ਹੈ ਕਿ ਅਸੀਂ ਬਜਟ ਨੂੰ ਸ਼ਾਇਦ ਤੁਹਾਡੇ ਨੂੰ ਸਪੋਰਟ ਨਾ ਕਰ ਸਕੀਏ। ਜੇ ਬਜਟ ਨੂੰ ਸਪੋਰਟ ਨਹੀਂ ਹੁੰਦਾ ਤਾਂ ਸਰਕਾਰ ਅੱਗੇ ਨਹੀਂ ਤੁਰ ਸਕਦੀ। ਇਹ ਸਮਾਂ ਨਹੀਂ ਹੈ ਕਿ BC ਦੇ ਵਿੱਚ ਜਿਹੜੀ ਅਨਸਟੇਬਲ ਸਰਕਾਰ ਹੋਵੇ, ਕਿਉਂਕਿ ਬਹੁਤ ਸੰਜੀਦਾ ਜਿਹੜੇ ਉਹ ਮਸਲੇ ਹੈਗੇ ਡੀਲ ਕਰਨ ਵਾਸਤੇ। ਦੂਜੀ ਗੱਲ ਮੈਂ ਇਹ ਵੀ ਕਹਿਣਾ ਕਿ ਜਿਹੜੀ BC ਲਿਬਰਲ ਸਰਕਾਰ, ਜਿਹੜੀ BC ਲਿਬਰਲ ਪਾਰਟੀ ਹੈ ਜੀ, ਔਰ ਇਹਨਾਂ ਨੇ ਜਦੋਂ ਪਿਛਲੀ ਸਰਕਾਰ ਜਿਹੜੀ ਚੁਣੀ ਗਈ ਸੀਗੀ, ਉਸ ਸਰਕਾਰ ਤੋਂ ਬਾਅਦ ਪਹਿਲਾਂ ਤੁਹਾਨੂੰ ਪਤਾ ਹੋਣਾ BC ਸਰਕਾਰ ਲਿਬਰਲ ਸਰਕਾਰ ਬਣੀ ਸੀ, ਫਿਰ NDP ਸਰਕਾਰ ਬਣੀ ਜੀ। ਪਰ ਜਦੋਂ ਇਹਨਾਂ ਨੂੰ ਬਹੁਮਤ ਨਹੀਂ ਸੀ ਮਿਲਿਆ, ਉਸ ਵੇਲੇ ਜਾ ਕੇ ਇਮੀਡੀਏਟਲੀ ਇਹਨਾਂ ਨੇ ਜਿਹੜਾ ਲੈਫਟੀਨੈਂਟ ਗਵਰਨਰ ਕੋਲੇ ਜਾ ਕੇ ਇਹਨਾਂ ਨੇ ਕਿਹਾ ਸੀ ਜਿਹੜੀ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਜਾਵੇ ਤੇ ਚੋਣ ਦੁਬਾਰੇ ਕਰਵਾਈ ਜਾਵੇ। ਸੋ ਕੁਝ ਹਫ਼ਤਿਆਂ ਬਾਅਦ ਹੀ
ਜਿਹੜਾ BC ਲਿਬਰਲ ਸਰਕਾਰ ਨੇ ਜਿਹੜੀ ਚੋਣ ਕਰਾਉਣ ਦੀ ਮੰਗ ਕੀਤੀ ਸੀ ਉਹ ਵੱਖਰੀ ਗੱਲ ਹੈ ਕਿ ਜਿਹੜੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸੀਗੇ ਉਹਨਾਂ ਨੇ ਉਹ ਮੰਗ ਮੰਨੀ ਨਹੀਂ। ਉਹਨਾਂ ਨੇ ਜੌਨ ਹੌਰਗਨ ਤੇ ਜਿਹੜੀ ਗ੍ਰੀਨ ਪਾਰਟੀ ਨੂੰ ਸੱਦਾ ਦਿੱਤਾ, ਜਿਹੜੀ ਉਹ ਸਰਕਾਰ ਬਣੀ ਉਹ ਸਰਕਾਰ ਨੇ ਪਿਛਲੇ 3.5 ਸਾਲ ਜਿਹੜਾ ਆਪਣਾ ਉਹ ਕੰਮ ਕੀਤਾ, ਕੋਵਿਡ ਤੋਂ ਪਹਿਲਾਂ ਔਰ ਕੋਵਿਡ ਤੋਂ ਬਾਅਦ। ਔਰ ਮੈਂ ਸਮਝਦਾ ਕਿ BC ਦੇ ਲੋਕ ਉਸ ਕਾਰਗੁਜ਼ਾਰੀ ਤੋਂ ਖੁਸ਼ ਨੇ। ਔਰ ਚੋਣ ਦੇ ਵਿੱਚ ਜਿਹੜੀ ਚੁਆਇਸ ਬੜੀ ਸਿੰਪਲ ਲੋਕਾਂ ਦੇ ਸਾਹਮਣੇ ਬੜੀ ਸਿੰਪਲ ਹੈਗੀ ਹੈ। ਇੱਕ ਪਾਸੇ ਜਿਹੜੇ ਐਂਡਰੂ ਵਿਲਕਨ ਸਾਹਿਬ ਨੇਗੇ BC ਲਿਬਰਲ ਪਾਰਟੀ ਦੇ ਲੀਡਰ ਨੇਗੇ, ਜਿਨ੍ਹਾਂ ਦਾ ਇਹ ਰੈਕਡ ਹੈ ਜੀ ਕਿ ਹੁਣ ਤੱਕ ਉਹਨਾਂ ਨੇ ਜੇ ਕਿਸੇ ਨੂੰ ਸਪੋਰਟ ਕੀਤਾ ਤੇ ਜਿਹੜੇ ਬੰਦੇ ਬਹੁਤ ਧਨਾੜ ਬੰਦੇ ਨੇ, ਜਿਹੜੇ ਵੈਲ ਕਨੈਕਟਡ ਵੈਲਥੀ ਲੋਕ ਨੇਗੇ, ਉਹਨਾਂ ਨੂੰ ਸਪੋਰਟ ਕਰਨਾ ਉਹਨਾਂ ਨੇ ਆਮ ਲੋਕਾਂ ਦੀ ਬਜਾਏ ਹੈਲਥ ਕੇਅਰ ਐਜੂਕੇਸ਼ਨ 'ਚ ਕੱਟ ਕਰਨਾ, ਇਹਨਾਂ ਦੀ ਹਿਸਟਰੀ ਹੈ। ਦੂਜੇ ਪਾਸੇ ਜੌਨ ਹੌਰਗਨ ਨੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਸਪੋਰਟ ਕਰਨਾ, ਲੋਕਾਂ ਦੀ ਪਬਲਿਕ ਸੇਫਟੀ ਨੂੰ ਉਹਦੇ 'ਤੇ ਪਹਿਰਾ ਦੇਣਾ ਔਰ BC ਦੀ ਇਕੋਨਮੀ ਐਸੀ ਕ੍ਰੀਏਟ ਕਰਨੀ ਜਿਹਦੇ ਨਾਲ ਆਮ ਲੋਕਾਂ ਨੂੰ ਵੀ ਉਹਦਾ ਬੈਨੀਫਿਟ ਹੋਵੇ। ਥਿੰਦ ਸਾਹਿਬ, ਲਿਬਰਲ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਵੀ ਇਲੈਕਸ਼ਨ ਇਸ ਵੇਲੇ ਕਾਲ ਕੀਤੀ ਆ, ਪਾਰਟੀ ਉਨੀ ਸਟਰੋਂਗ ਨਹੀਂ ਆ, ਨਾ ਅੰਦਰੋਂ ਵਿਰੋਧ ਲਿਬਰਲਸ ਦੇ ਹੈਗੇ ਆ, ਵੀ ਸਿਰਫ ਤੇ ਸਿਰਫ ਇਸੇ ਮੁੱਦੇ ਨੂੰ ਹਾਈਲਾਈਟ ਕੀਤਾ ਜਾ ਰਿਹਾ ਵੀ ਪੈਂਡੈਮਿਕ ਦੇ ਵਿੱਚ ਇਲੈਕਸ਼ਨ ਕਾਲ ਕਰ ਲਈ, ਹੋਰ ਕੋਈ ਮੁੱਦਾ ਮੇਨ ਕੀ ਹੈ, ਇੱਕ ਬਹਾਨਾ ਮਿਲ ਗਿਆ? ਨਹੀਂ, ਐਬਸੋਲੂਟਲੀ ਨਹੀਂ। ਜਿਸ ਕਾਰਨ ਜਿਹੜਾ ਇਹ ਹੈਗਾ ਇਹ ਬਹਾਨਾ ਨਹੀਂ ਹੈਗਾ, ਇਹ ਬਹਾਨਾ NDP ਸਰਕਾਰ ਲਈ ਜ਼ਰੂਰ ਹੈਗਾ ਵੀ ਇਹ ਜਿਹੜਾ ਮੌਕਾ ਪ੍ਰਸਤੀ ਮੈਨੂੰ ਕਹਾਂਗਾ, ਕਿਉਂਕਿ ਜਦੋਂ ਆਪਾਂ ਆਮ ਆਵਾਮ ਦੇ ਨਾਲ ਗੱਲ ਕਰਦੇ ਹਾਂ, ਜਦੋਂ ਮੈਂ ਆਪਣੀ ਰਾਈਟਿੰਗ ਦੇ ਵਿੱਚ ਜਾ ਕੇ ਨੋਕ ਕਰਦਾ ਜਾਂ ਬਜ਼ੁਰਗਾਂ ਨੂੰ ਮਿਲਦਾ ਪਾਰਕਾਂ ਦੇ ਵਿੱਚ ਬੈਠਿਆਂ ਨੂੰ, ਉਹਨਾਂ ਦਾ ਇਹੀ ਕਹਿਣਾ ਹੈਗਾ ਵੀ ਇਹਨਾਂ ਦੀ ਰੇਟਿੰਗ ਬਹੁਤ ਹਾਈ ਸੀਗੀ, ਉਹ ਸਿਰਫ ਮੌਕੇ ਦੀ ਨਜਾਕਤ ਦਾ ਜਿਹੜਾ ਫਾਇਦਾ ਚੱਕਣ ਲਈ ਇਹਨਾਂ ਨੇ ਜਿਹੜੇ ਇਹ ਸਨੈਪ ਇਲੈਕਸ਼ਨ ਕਾਲ ਕੀਤੇ ਆ। ਜਦੋਂ ਜਿਹੜੀ ਵਿਰੋਧੀ ਧਿਰ ਹੈ ਉਹ ਤੁਹਾਨੂੰ ਕਹਿ ਰਹੀ ਹੈ ਵੀ ਅਸੀਂ ਇਲੈਕਸ਼ਨ ਨਹੀਂ ਚਾਹੁੰਦੇ, ਜਦੋਂ ਜਿਹੜੀ ਤੁਹਾਡੀ ਸਹਿਯੋਗੀ ਪਾਰਟੀ ਹੈ ਉਹ ਤੁਹਾਨੂੰ ਕਹਿ ਰਹੀ ਹੈ ਵੀ ਅਸੀਂ ਇਲੈਕਸ਼ਨ ਨਹੀਂ ਚਾਹੁੰਦੇ ਹਲੇ ਕਰਾਉਣਾ, ਤੇ ਉਦੋਂ ਜਿਹੜੇ ਇਲੈਕਸ਼ਨ ਕਰਾਉਣਾ ਜਿਹੜਾ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ। ਜਿਹੜੇ ਦੋ ਬਿੱਲਾਂ ਦੀ ਬਰਾੜ ਸਾਹਿਬ ਨੇ ਗੱਲ ਕੀਤੀ, ਉਹ ਜਿਹੜਾ ਪਹਿਲਾ ਬਿੱਲ ਸੀਗਾ ਮੈਂਟਲ ਹੈਲਥ, ਜਿਹੜਾ ਬਹੁਤ ਕ੍ਰਿਟੀਕਲ ਉਹ ਇੱਕ ਬਿੱਲ ਸੀਗਾ, ਜਿਹੜਾ ਕਿ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਕੋਰਨਰ ਨੇ, ਚਿਲਡਰਨਸ ਐਂਡ ਯੂਥ ਰੈਪ ਇਨਕਲੂਡਿੰਗ ਜਿਹੜੇ ਫਸਟ ਨੇਸ਼ਨ ਜਿਹੜੇ ਰੈਪ ਹੈਗੇ ਉਹਨਾਂ ਨੇ। ਜਿਹੜਾ ਦੂਸਰੇ ਬਿੱਲ ਦੀ ਗੱਲ ਹੈ ਉਹ ਐਂਡਰਿਊ ਵੀਵਰ ਹੋਰਾਂ ਨੇ ਜਿਹੜਾ ਉਹਨੂੰ ਪੁੱਟ ਡਾਊਨ ਕੀਤਾ, ਨਾ ਕਿ ਜਿਹੜੀ ਓਪੋਜੀਸ਼ਨ ਨੇ। ਸੋ ਜਿਹੜਾ ਇਹ ਬਿਲਸ ਦਾ ਇਹ ਸਿਰਫ ਇੱਕ ਬਹਾਨਾ ਹੈਗਾ ਉਹਨੂੰ ਕਵਰ ਅਪ ਕਰਨ ਨੂੰ ਵੀ ਹਾਂਜੀ ਅਸੀਂ ਸਨੈਪ ਇਲੈਕਸ਼ਨ ਜਿਹੜੇ ਕਾਲ ਕਰ ਰਹੇ ਹੈਗੇ ਆ, ਪਰ ਹਕੀਕਤ ਇਹ ਆ ਸਨੈਪ ਇਲੈਕਸ਼ਨ ਕਾਲ ਕਰਨਾ ਸਿਰਫ ਤੇ ਸਿਰਫ ਆਪਣੇ ਗ੍ਰਾਫ ਨੂੰ ਇੱਕ ਦੇਖ ਕੇ ਵੀ ਸਾਡਾ ਗ੍ਰਾਫ ਇਸ ਟਾਈਮ ਬਹੁਤ ਹਾਈ ਤੇ ਆ, ਜੀ ਅਸੀਂ ਹੁਣ ਇਲੈਕਸ਼ਨ ਕਾਲ ਕਰ ਲੈਂਦੇ ਆ ਤਾਂ ਅਸੀਂ ਮੈਜੋਰਟੀ ਗਵਰਨਮੈਂਟ ਜਿਹੜੀ ਬਣਾ ਕੇ ਆ ਜਾਾਂਗੇ, ਪਰ ਮੈਨੂੰ ਲੱਗਦਾ ਨਹੀਂ ਇਦਾਂ ਹੋਣਾ ਜੀ ਇਸ ਵੇਲੇ ਜਿਹੜੀ ਜੀ। ਜੇ ਮੈਂ ਆਪਣਾ ਥਿੰਦ ਸਾਹਿਬ ਦੀ ਗੱਲ ਮੰਨ ਲਾਂ ਕਿ ਜਿਹੜੀ ਇਹ ਕਹਿੰਦੇ ਕਿ ਜੀ ਪੋਲ NDP ਦੇ ਬੜੇ ਹਾਈ ਨੇ, ਆਮ ਕਹੀ ਜਾ ਰਹੀ ਮੈਂ ਪਹਿਲੀ ਗੱਲ ਇਹ ਕਹਿਣਾ ਜੀ, ਮੈਂ 5 ਚੋਣਾਂ ਲੜੀਆਂ ਜੀ, ਮੈਂ ਖੁਦ 5 ਚੋਣਾਂ ਲੜੀਆਂ, 4 ਚੋਣਾਂ ਮੈਂ ਜਿੱਤੀਆਂ, 1 ਚੋਣ ਮੈਂ ਹਾਰਿਆ ਜੀ। 4 ਚੋਣਾਂ ਮੈਂ ਉਹ ਜਿੱਤੀਆਂ ਜਦੋਂ NDP ਘੱਟ ਤੋਂ ਘੱਟ 5 ਤੋਂ 7% ਪਿੱਛੇ ਸੀ। 1 ਚੋਣ ਮੈਂ ਜਿਹੜੀ ਹਰੀ ਉਦੋਂ NDP 23% ਤੇ ਅੱਗੇ ਸੀ। ਬਹੁਤ ਥੋੜੇ ਕੋਈ ਗਰੰਟੀ ਨਹੀਂ ਹੈ ਚੋਣ ਦੇ ਵਿੱਚ ਕੀ ਹੋਣਾ, ਪਰ ਜੇ ਮੈਂ ਇਹਨਾਂ ਦੀ ਗੱਲ ਮੰਨ ਲੈਣਾ ਕਿ ਇਸ ਵੇਲੇ ਜਿਹੜੇ ਪੋਲ ਹਾਈ ਨੇ, ਜਿਹੜੇ NDP ਦੇ ਪੋਲ ਹਾਈ ਹੈਗੇ ਆ, ਔਰ ਇਹਦੇ ਕਰਕੇ ਜਿਹੜੀ NDP ਸਰਕਾਰ ਜਿਹੜੀ ਹੈਗੀ ਆ ਆਪਣੀ ਪਾਰਟੀ ਚੋਣ ਕਰਵਾ ਰਹੀ ਹੈ, ਤਾਂ ਇਹਦਾ ਦੂਜਾ ਪਾਸਾ ਇਹ ਵੀ ਹੈ ਕਿ ਇਹਨਾਂ ਦੇ ਪੋਲ ਬੜੇ ਲੋ ਨੇ ਤਾਂ ਕਰਕੇ ਵਿਰੋਧ ਕਰ ਰਹੇ ਆ। ਹਾਂਜੀ, ਪਰ ਹਕੀਕਤ ਇਹ ਹੈ BC ਦੇ ਵਿੱਚ ਚਾਹੇ ਕੋਈ ਵੀ ਸਰਕਾਰ ਬਣੇ, ਅਸੀਂ ਇਸ ਕਰਕੇ ਕੰਮ ਕਰ ਰਹੇ ਹਾਂ। ਪਾਰਟੀ ਤਾਂ ਵਿਰੋਧ ਕਰ ਹੀ ਨਹੀਂ ਬਰਾੜ ਸਾਹਿਬ, ਪਾਰਟੀ ਤਾਂ ਕਹਿ ਰਹੀ ਹੈ ਹਾਂਜੀ। ਅਸੀਂ ਜਿਹੜਾ ਇਸ ਵੇਲੇ ਗੱਲ ਕਰ ਰਹੇ ਹਾਂ ਕਿ BC ਦੇ ਲੋਕਾਂ ਦੀ ਬਿਹਤਰੀ ਵਾਸਤੇ, BC ਦੀ ਲੋਕਾਂ ਦੀ ਜਿਹੜੀ ਪਬਲਿਕ ਸੇਫਟੀ ਵਾਸਤੇ, BC ਦੀ ਇਕੋਨਮੀ ਵਾਸਤੇ, ਲੱਖਾਂ ਲੋਕ ਜਿਹੜੇ ਅਨਪਲਾਈਡ ਨੇ ਇਸ ਵੇਲੇ, ਉਹਦੇ ਵਾਸਤੇ BC ਦੇ ਵਿੱਚ ਇਸ ਵੇਲੇ ਸਟਰੋਂਗ ਸਟੇਬਲ ਗਵਰਨਮੈਂਟ ਚਾਹੀਦੀ ਹੈ ਤਾਂ ਕਿ ਜਿਹੜੀ ਸਰਕਾਰ ਆ ਉਹ ਫੈਸਲੇ ਕਰ ਸਕੇ ਔਰ ਇਸ ਔਖੇ ਸਮੇਂ ਦੇ ਵਿੱਚੋਂ BC ਦੇ ਲੋਕਾਂ ਨੂੰ ਲੰਘਾ ਸਕੇ। ਇਸ ਵੇਲੇ ਇਲੈਕਸ਼ਨ ਕਰਾਉਣੀ ਸੇਫ ਆ ਜੀ? ਕਰਵਾਈ ਕਿੱਦਾਂ ਜਾਊਗੀ? ਇਹਦੇ ਨਾਲ ਹੋਰ ਨਹੀਂ ਫੈਲੂਗਾ? ਸਾਰੇ ਸਕੂਲਾਂ ਦੇ ਵਿੱਚ ਫੈਲ ਰਿਹਾ, ਹੁਣੀ ਖਬਰ ਆਈ ਹੈ ਜਿਹੜਾ ਸੁਲੇਵਨ ਹਾਈਟ ਦੇ ਵਿੱਚ ਵੀ ਐਕਸਪੋਜ਼ਰ ਹੋਇਆ ਆ, ਇਹ ਰਿਸਕ ਹੀ ਨਹੀਂ ਲੱਗਦਾ? ਬਹੁਤ ਅੱਛਾ ਤੁਹਾਡਾ ਸਵਾਲ ਹੈ ਜੀ। ਮੈਂ ਸਮਝਦਾ ਕਿ ਆਮ ਸ਼ਾਇਦ ਦਰਸ਼ਕ ਦਾ ਸਵਾਲ ਵੀ ਹੋਵੇ। BC ਦੇ ਵਿੱਚ ਹੀ ਜਿਹੜਾ ਸਾਨੂੰ ਪੂਰਨ ਭਰੋਸਾ ਹੈਗਾ, ਮੁਕੰਮਲ ਭਰੋਸਾ ਮੈਨੂੰ ਨਹੀਂ, BC ਦੇ ਲੋਕਾਂ ਨੂੰ, ਜਿਹੜਾ ਡਾਕਟਰ ਬੋਨੀ ਹੈਨਰੀ ਦੇ ਉੱਤੇ, ਜਿਹੜਾ ਡਾਕਟਰ ਬੋਨੀ ਹੈਨਰੀ ਨੇ ਜੋ ਵੀ ਸਾਡੇ ਸਾਹਮਣੇ ਰਿਜ਼ਲਟ ਪੇਸ਼ ਕੀਤੇ ਆ ਧਰਤੀ ਦੇ ਉੱਤੇ, ਉਹ ਸੇਫੈਸਟ ਸੂਬਾ ਸਾਡਾ ਹੈਗਾ। 2% ਜਿਹੜੀਆਂ ਸੇਫੈਸਟ ਪਲੇਸਿਸ ਨੇ ਉਹਨਾਂ ਦੇ ਵਿੱਚ ਸੂਬਾ ਆਉਂਦਾ। ਉਹਨਾਂ ਦੀ ਮਰਜ਼ੀ ਦੇ ਨਾਲ, ਉਹਨਾਂ ਦੀ ਪੂਰੀ ਡਾਕਟਰ ਬੋਨੀ ਹੈਨਰੀ ਦਾ ਇਹ ਸਟੇਟਮੈਂਟ ਹੈ ਜੀ, ਉਹਨਾਂ ਨੂੰ ਕੰਸਲਟ ਨਹੀਂ ਕੀਤਾ ਗਿਆ ਇਲੈਕਸ਼ਨ ਕਾਲ ਕਰਨ ਲਈ। ਦਿਸ ਇਜ਼ ਰੋਂਗ। ਹਾਂਜੀ ਹਾਂਜੀ, ਡਾਕਟਰ ਬੋਨੀ, ਦੈਟ ਇਜ਼ ਡਾਕਟਰ ਬੋਨੀ ਹੈਨਰੀ ਸਟੇਟਮੈਂਟ। ਮੈਂ ਤੁਹਾਡੇ ਤੱਕ ਆਉਣਾ ਜੀ। ਦਿਸ ਇਜ਼ ਰੋਂਗ। ਡਾਕਟਰ ਬੋਨੀ ਹੈਨਰੀ ਨੂੰ ਕੰਸਲਟ ਕਰਕੇ ਉਹਨਾਂ ਨੇ ਲਗਾਤਾਰ ਜਿਹੜੇ ਹੈਗੇ ਆ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਨਾਲ ਕੰਮ ਕਰ ਰਿਹਾ। ਡਾਕਟਰ ਬੋਨੀ ਹੈਨਰੀ ਨੇ ਇਹ ਗੱਲ ਕਹੀ ਹੈ, ਮੈਂ ਤੁਹਾਨੂੰ ਕਹਿਣ ਲੱਗਾ, ਉਹਨਾਂ ਦੀ ਕੋਰਟ ਦੇਣ ਲੱਗਾ, ਇਹ ਕਹਿ ਰਹੇ ਨੇ ਉਹਨੂੰ ਕੰਸਲਟ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜੇ ਪਹਿਲੀ ਗੱਲ ਤਾਂ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਕਾਸਕੋ 'ਚ ਜਾ ਕੇ ਲੋਕ ਗਰੋਸਰੀ ਖਰੀਦ ਸਕਦੇ ਆ
ਜਦੋਂ ਕਿ ਇੰਨੀ ਭੀੜ ਹੁੰਦੀ ਹੈ। ਤੇ ਜਿਹੜੇ ਪੋਲਿੰਗ ਸਟੇਸ਼ਨ ਹੋਣਗੇ ਉਹਨਾਂ ਨੂੰ ਤਾਂ ਅਸੀਂ ਇੰਨਾ ਸੇਫ ਬਣਾ ਕੇ ਰੱਖਣਾ, ਉੱਥੇ ਸੇਫਲੀ ਵੋਟ ਪਾਈ ਜਾ ਸਕਦੀ ਹੈ। ਉਸ ਤੋਂ ਇਲਾਵਾ ਜਿਹੜੀ ਮੇਲ ਆਊਟ ਜਿਹੜੀ ਹੈਗੀ ਮੇਲ ਇਨ ਬੈਲਟ ਜਿਹੜਾ ਹੈਗਾ ਉਹ ਬਹੁਤ ਵੱਡੀ ਗਿਣਤੀ ਲੋਕਾਂ ਨੇ ਮੰਗਾਏ ਆ, ਹੋਰ ਲੋਕ ਮੰਗਵਾ ਸਕਦੇ ਜੇ ਕਿਸੇ ਨੂੰ ਕੋਈ ਚੈਲੰਜ ਹੈਗਾ, ਕਿਸੇ ਦਾ ਇਮਿਊਨ ਸਿਸਟਮ ਮਾੜਾ ਹੈ ਉਹ ਮੰਗਾ ਸਕਦਾ, ਉਹ ਓਪਨ ਜਿਹੜਾ ਹੈਗਾ ਉਹ ਅਵੇਲੇਬਿਲਟੀ ਜਿਹੜੀ ਹੈਗੀ ਹੈ। ਤੇ ਸਰ ਤੁਸੀਂ ਸਕੂਲ ਟਰਸਟੀ ਹੋ, ਤੁਹਾਨੂੰ ਜ਼ਿਆਦਾ ਤਜਰਬਾ, ਇਸ ਵੇਲੇ ਸਕੂਲ ਵੀ ਖੋਲ੍ਹੇ ਗਏ ਆ, ਤੁਸੀਂ ਕਿਤੇ ਨਾ ਕਿਤੇ ਕਹਿ ਵੀ ਰਹੇ ਸੀ ਪਹਿਲਾਂ ਇਹਦੇ ਤੋਂ ਕਿ ਨਹੀਂ ਖੋਲ੍ਹਣੇ ਚਾਹੀਦੇ, ਤੁਹਾਨੂੰ ਕੀ ਲੱਗਦਾ ਇਸ ਐਂਗਲ ਤੋਂ ਵੀ ਇਹ ਸੇਫ ਰਹੂਗੀ ਇਲੈਕਸ਼ਨ ਜਾਂ ਸਕੂਲ ਸੇਫ ਨੇ? ਐਬਸੋਲੂਟਲੀ ਜਿਹੜੇ ਸਕੂਲ ਖੋਲ੍ਹਣ ਦਾ ਫੈਸਲਾ ਸੀਗਾ ਜੀ ਉਹ ਵੀ ਸਿਰਫ ਇਹ ਇੱਕ ਕਿੱਕ ਸਟਾਰਟ ਦੇਣ ਲਈ ਫੈਸਲਾ ਕੀਤਾ ਗਿਆ ਸੀ ਵੀ ਫੁੱਲ ਫਲੈਸ਼ ਸਕੂਲ ਜਦੋਂ ਖੁੱਲ੍ਹ ਗਏ ਤਾਂ ਲੋਕਾਂ ਦੀ ਜਿਹੜੀ ਉਹ ਮੂੰਹ ਬੰਦ ਕਰ ਦਿੱਤੇ ਜਾਣਗੇ ਵੀ ਹੁਣ ਇਲੈਕਸ਼ਨ ਕਾਲ ਕਰਾ ਲਓ। ਸੋ ਜਿਹੜਾ ਸਕੂਲਾਂ ਨੂੰ ਫੁੱਲ ਫਲੈਸ਼ਡ ਖੋਲ੍ਹਣ ਦਾ ਜਿਹੜਾ ਇਹ ਫੈਸਲਾ ਸੀਗਾ ਇਹ ਵੀ ਗਵਰਨਮੈਂਟ ਵੱਲੋਂ ਫੋਰਸੇਬਲੀ ਕੀਤਾ ਗਿਆ। ਜਿਹੜਾ ਮੈਂ ਤੁਸੀਂ ਵੀ ਆਪਾਂ ਆਪ ਵੀ ਕਾਫੀ ਟਾਕ ਸ਼ੋ ਕੀਤੇ, ਨਾ ਸਿਰਫ ਚੈਨਲ ਪੰਜਾਬੀ ਤੇ ਹੋਰ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ, ਮੈਂ ਇਕੱਲਾ ਇੱਕੋ ਇੱਕ ਸਕੂਲ ਬੋਰਡ ਟਰਸਟੀ ਸੀਗਾ ਜਿਹਨੇ ਇਹਦੇ ਖਿਲਾਫ ਆਵਾਜ਼ ਉਠਾਈ ਕਿ ਜਿਹੜੇ ਸਕੂਲ ਹੈ ਉਹ ਫੁੱਲ ਕਪੈਸਿਟੀ ਤੇ ਖੁੱਲ੍ਹਣੇ ਨਹੀਂ ਚਾਹੀਦੇ। ਸਕੂਲਾਂ ਨੂੰ ਜੇ ਅਸੀਂ ਫੁੱਲ ਕਪੈਸਿਟੀ ਤੇ ਖੋਲ੍ਹ ਲਿਆ ਤਾਂ ਅੱਜ ਤਾਂ ਅਸੀਂ ਸਿਰਫ 15-16 ਸਕੂਲਾਂ ਦੇ ਵਿੱਚ ਆਊਟਬ੍ਰੇਕ ਦੀ ਗੱਲ ਕਰ ਰਹੇ ਹਾਂ, ਤਾਂ ਅੱਜ ਜੇ ਉਹ 25% ਵਾਧੂ ਸਟੂਡੈਂਟ ਜਿਹੜੇ ਅੱਜ ਘਰੇ ਬੈਠੇ ਆਨਲਾਈਨ ਐਜੂਕੇਸ਼ਨ ਲੈ ਰਹੇ ਆ ਐਲੀਮੈਂਟਰੀ ਸਕੂਲਾਂ ਦੇ ਵਿੱਚ, ਸਿਰਫ ਜੇ ਐਲੀਮੈਂਟਰੀ ਦੀ ਗੱਲ ਕਰੀਏ 11,000 ਸਟੂਡੈਂਟ ਘਰੇ ਬੈਠੇ ਆ ਔਰ ਐਵਰੀ ਡੇ ਜਿਹੜੇ ਬੱਚੇ ਉਹ ਹੋਰ ਆਨਲਾਈਨ ਰਜਿਸਟਰ ਕਰ ਰਹੇ ਆ। ਜੇ ਉਹ ਵੀ 25% ਸਕੂਲਾਂ ਦੇ ਵਿੱਚ ਅਸੀਂ ਵੱਧ ਧੱਕ ਦਿੰਦੇ ਤਾਂ ਜਿਹੜਾ ਇਹ ਪੈਂਡੈਮਿਕ ਹੈ 15 ਦੀ ਜਗ੍ਹਾ ਹੋ ਸਕਦਾ 30 ਜਾਂ 45 ਸਕੂਲਾਂ ਦੇ ਵਿੱਚ ਫੈਲਿਆ ਹੁੰਦਾ। ਸੋ ਜਿਹੜਾ ਸਕੂਲਾਂ ਨੂੰ ਰੀਸਟਾਰਟ ਕਰਨ ਦਾ ਜਿਹੜਾ ਇੱਕ ਉਪਰਾਲਾ ਸੀਗਾ ਮਿਨਿਸਟਰੀ ਦਾ, ਉਹ ਸਿਰਫ ਐਸੇ ਲਈ ਸੀਗਾ ਤਾਂ ਜੇ ਇਲੈਕਸ਼ਨ ਜਿਹੜੇ ਕਾਲ ਕਰ ਦਿੱਤੇ ਜਾਣ। ਤੁਸੀਂ ਇਸ ਗੱਲ ਦੇ ਹੱਕ 'ਚ ਨਹੀਂ ਆ ਕਿ ਸਕੂਲ ਖੋਲ੍ਹਣੇ ਚਾਹੀਦੇ? ਸਕੂਲ ਜਿਹੜੇ ਦੇਖੋ ਜਿਹੜੇ ਐਸੈਂਸ਼ੀਅਲ ਵਰਕਰਸ ਹੈਗੇ, ਐਸੈਂਸ਼ੀਅਲ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ, ਡਾਕਟਰਸ ਹੈ, ਨਰਸਿਸ ਹੈ, ਟੀਚਰਸ ਹੈ, ਫਸਟ ਰਿਸਪੌਂਡਰਸ ਹੈ, ਉਹਨਾਂ ਦੇ ਬੱਚਿਆਂ ਲਈ ਐਬਸੋਲੂਟਲੀ ਸਕੂਲ ਖੋਲ੍ਹੋ। ਪਰ ਪੇਰੈਂਟਸ ਕੋਲੇ ਚੁਆਇਸ ਦਿਓ ਵੀ ਜਿਹੜੇ ਪੇਰੈਂਟਸ ਅਫੋਰਡ ਕਰਦੇ ਆ ਘਰੇ ਬੈਠ ਕੇ ਆਨਲਾਈਨ ਇੰਸਟਰਕਸ਼ਨ ਆਪਣੇ ਬੱਚਿਆਂ ਨੂੰ ਦੇਣ ਨੂੰ, ਉਹਨਾਂ ਨੂੰ ਚੁਆਇਸ ਦਿਓ ਤਾਂ ਕਿ ਉਹ ਬੱਚੇ ਆਪਣੇ ਘਰੇ ਬੈਠ ਕੇ ਪੜ੍ਹਾਉਣ। 50-50 ਜੇ ਇਹ ਰੇਸ਼ੋ ਹੋ ਜਾਂਦੀ, ਜੇ ਇਹਨਾਂ ਨੂੰ ਸਕੂਲ ਬੋਰਡਸ ਨੂੰ ਫੋਰਸ ਨਾ ਕੀਤਾ ਜਾਂਦਾ ਮਿਨਿਸਟਰੀ ਵਾਲੇ ਪਾਸਿਓਂ ਵੀ ਤੁਸੀਂ ਵੱਧ ਤੋਂ ਵੱਧ ਸਕੂਲ ਜਿਹੜੇ ਉਹ ਬੱਚਿਆਂ ਨਾਲ ਭਰੋ, ਤਾਂ ਹੋ ਸਕਦਾ ਵੀ 50% ਜਿਹੜੇ ਪੇਰੈਂਟ ਹੈਗੇ ਆ ਉਹ ਆਨਲਾਈਨ ਐਜੂਕੇਸ਼ਨ ਦੀ ਰਜਿਸਟਰ ਕਰ ਲੈਂਦੇ। ਸਿਰਫ 25% ਨੇ ਕੀਤਾ, ਉਹਦੇ ਵਿੱਚੋਂ ਵੀ ਕਾਫੀ ਜਿਹੜੇ ਸਕੂਲਾਂ ਦੇ ਵਿੱਚ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਮਜਬੂਰੀ ਨਾਲ ਭੇਜਿਆ ਬਿਕੋਜ਼ ਪੇਰੈਂਟਸ ਵਰ ਵੈਰੀ ਕਨਫਿਊਜ਼ਡ ਹੈ ਨਾ। ਪਰ ਪ੍ਰਾਈਮ ਮਿਨਿਸਟਰ ਆਪਣੇ ਬੱਚਿਆਂ ਨੂੰ ਭੇਜ ਰਿਹਾ, ਡਾਕਟਰ ਕਹਿ ਰਿਹਾ ਭੇਜਣਾ ਚਾਹੀਦਾ, ਲੰਬਾ ਚੱਲਣਾ। ਐਬਸੋਲੂਟਲੀ ਜਿਹੜਾ ਪ੍ਰਾਈਮ ਮਿਨਿਸਟਰ ਦਾ ਵੀ ਜਿਹੜਾ ਮੁੱਦਾ ਇਸ ਟਾਈਮ ਇਕਨੋਮੀ ਨੂੰ ਰੀਬੂਸਟ ਕਰਨ ਦਾ, ਉਹੀ ਜਿਹੜਾ ਮੁੱਦਾ ਜਿਹੜਾ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲੇ ਸੀਗਾ ਇਕਨੋਮੀ ਨੂੰ ਰੀਬੂਸਟ ਕਰਨ ਦਾ, ਵੀ ਅਸੀਂ ਇਕਨੋਮੀ ਨੂੰ ਦੁਬਾਰਾ ਰੀਸਟਾਰਟ ਕਰਨਾ। ਮੇਰਾ ਕੁਐਸਚਨ ਉਦੋਂ ਵੀ ਸੀਗਾ ਤੇ ਅੱਜ ਵੀ ਇਹੀ ਹੈ ਕਿ ਅਸੀਂ ਇਕਨੋਮੀ ਨੂੰ ਰੀਸਟਾਰਟ ਕਰਨ ਲਈ ਆਪਣੇ ਬੱਚਿਆਂ ਤੇ ਆਪਣੇ ਸਟਾਫ ਦੀ ਲਾਈਫ ਰਿਸਕ ਤੇ ਪਾ ਸਕਦੇ ਆ? ਐਬਸੋਲੂਟਲੀ ਨਾਟ। ਬਰਾੜ ਸਾਹਿਬ, ਇੱਕ ਨਵਾਂ ਮੁੱਦਾ ਪੈਦਾ ਹੋਇਆ ਪਿਛਲੇ 2 ਦਿਨਾਂ ਦੇ ਵਿੱਚ ਹੀ। ਪਰ ਮੈਂ ਸਕੂਲਾਂ ਤੇ ਵੈਰੀ ਕੁਇਕਲੀ ਗੱਲ ਕਹਿਣੀ ਚਾਹੁੰਦਾ ਕਿ ਅਗੇਨ ਮੇਰੇ ਦੋਸਤ ਇਹ ਇਤਨ ਸਾਹਿਬ ਜਿਹੜੇ ਡਾਕਟਰ ਬੋਨੀ ਹੈਨਰੀ ਨਾਲ ਡਿਸਐਗਰੀ ਕਰ ਸਕਦੇ ਆ। ਡਾਕਟਰ ਬੋਨੀ ਹੈਨਰੀ ਨੇ ਧਰਤੀ ਦੇ ਉੱਤੇ ਸਭ ਤੋਂ ਸੇਫ ਜਗ੍ਹਾ ਬਣਾ ਕੇ ਰੱਖੀ ਹੈ BC ਨੂੰ। 2% ਸੇਫੈਸਟ ਜਗ੍ਹਾ ਦੇ ਵਿੱਚ ਅਸੀਂ ਆਉਂਦੇ ਹਾਂ। ਉਹਨਾਂ ਦੀ ਜਿਹੜੀ ਹੈਗੀ ਮੁਕੰਮਲ ਫੀਡਬੈਕ ਲੈਣ ਤੋਂ ਬਾਅਦ ਜਿਹੜੇ ਹੈਗੇ ਗਾਈਡਲਾਈਨ ਤਿਆਰ ਕੀਤੀਆਂ ਗਈਆਂ ਸੂਬਾ ਸਰਕਾਰ ਵੱਲੋਂ। ਸੂਬਾ ਸਰਕਾਰ ਤੋਂ ਬਾਅਦ ਫਲੈਕਸੀਬਿਲਿਟੀ ਦਿੱਤੀ ਗਈ ਹੈ ਮੁਕੰਮਲ ਤੌਰ ਦੇ ਉੱਤੇ ਜਿਹੜੇ ਸਕੂਲ ਡਿਸਟ੍ਰਿਕਟਸ ਨੂੰ, ਜਿਨ੍ਹਾਂ ਨੇ ਜਿਹੜੇ ਸਕੂਲ ਟਰਸਟੀ ਦੇ ਨਾਲ ਬਕਾਇਦਾ ਗੱਲਬਾਤ ਕਰਨ ਤੋਂ ਬਾਅਦ ਉਹ ਗੱਲਬਾਤ ਕੀਤੀ ਹੈ। ਉਹਦੇ ਵਿੱਚ ਜਿਹੜੀ ਹੈਗੀ ਉਹ ਫਲੈਕਸੀਬਿਲਟੀ ਬਾਅਦ ਚ ਦਿੱਤੀ ਗਈ ਜੀ। ਮੈਂ ਤੁਹਾਡੇ ਬਾਰੇ ਬੋਲਦਾ ਨਹੀਂਗਾ। ਹਾਂਜੀ, ਫਲੈਕਸੀਬਿਲਟੀ ਬਾਅਦ ਚ ਦਿੱਤੀ ਗਈ। ਉਹ ਫਲੈਕਸੀਬਿਲਟੀ ਦਿੱਤੀ ਗਈ ਹੈ। ਉਹਦੇ ਵਿੱਚ ਸੂਬਾ ਸਰਕਾਰ ਨੇ $45 ਮਿਲੀਅਨ ਐਕਸਟਰਾ ਫੰਡਿੰਗ ਦਿੱਤੀ ਹੈ ਕਿ ਸਕੂਲਾਂ ਨੂੰ ਸੇਫ ਬਣਾਇਆ ਜਾ ਸਕੇ। ਉਸ ਤੋਂ ਅੱਗੇ ਜਾ ਕੇ ਟਰੂਡੋ ਸਰਕਾਰ ਨੇ $225 ਮਿਲੀਅਨ ਜੀ ਬਾਕੀ ਦੀ ਜਿਹੜੀ ਫੈਡਰਲ ਫੰਡਿੰਗ ਹੈ। ਸੋ ਗਲਤ ਫਿਗਰ ਨਾ ਦਿਓ ਨਾ ਬਰਾੜ ਸਾਹਿਬ। ਆਪਾਂ ਕਰੈਕਟ ਕਰ ਲੈਣੇ ਆ। ਗੂਗਲ ਸਾਰੇ ਕੋਲ ਸਾਰੇ ਨਹੀਂ ਕਰ ਲੈਣੇ। $45 ਮਿਲੀਅਨ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਹੈ ਜੀ ਨਾ। ਉਹਦੇ ਚੋਂ $225 ਮਿਲੀਅਨ ਜਿਹੜੀ ਹੈਗੀ ਆ ਸਰਕਾਰ ਨੇ, ਫੈਡਰਲ ਸਰਕਾਰ ਨੇ ਪੈਸੇ ਦਿੱਤੇ ਨੇ ਐਕਸਟਰਾ, ਜਿਹਦੇ ਨਾਲ ਆਨਲਾਈਨ ਫੰਡਿੰਗ ਜਿਹੜੀ ਹੈਗੀ ਆ ਉਹ ਐਕਸੈਸ ਜਿਹੜੀ ਲੋਕਾਂ ਨੂੰ ਆਪਸ਼ਨ ਮਿਲ ਸਕਦੀ ਹੈ। ਸੋ ਆਨਲਾਈਨ ਜਿਹੜੀ ਹੈਗੀ ਆਪਸ਼ਨ ਲੋਕਾਂ ਕੋਲ ਹੈਗੀ ਹੈ। ਪਰ ਵੱਡੀ ਗਿਣਤੀ ਲੋਕਾਂ ਨੇ ਬੱਚੇ ਭੇਜੇ ਆ। ਟਰੂਡੋ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਸਾਡੇ ਜਿਹੜੇ ਮਿਨਿਸਟਰ ਨੇ ਉਹਨਾਂ ਦੇ 2 ਬੇਟੀਆਂ ਨੇ ਉਹ ਸਕੂਲ ਜਾ ਰਹੀਆਂ। ਮੇਰਾ ਬੇਟਾ ਆਪਣਾ ਖੁਦ ਸਕੂਲ ਜਾ ਰਿਹਾ। ਜਿਹੜੀ ਹੈਗੀ ਸਕੂਲ ਬੱਚਿਆਂ ਦਾ ਸਕੂਲ 'ਚ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੋਵਿਡ-19 ਕੋਈ 2 ਜਾਂ 3 ਦਿਨ ਜਾਂ 2 ਹਫ਼ਤਿਆਂ ਦੀ ਗੱਲ ਨਹੀਂ ਹੈ। ਇਹ ਸਾਲ 1.5 ਸਾਲ ਰਹਿ ਸਕਦਾ ਹੈ। 1.5 ਸਾਲ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀਆਂ। ਇਸ ਕਰਕੇ ਇਹਨੂੰ ਸੇਫਲੀ ਸਕੂਲ ਸਿਸਟਮ ਖੋਲ੍ਹਣਾ ਬਹੁਤ ਜ਼ਰੂਰੀ ਸੀ। ਫਿਰ ਸਾਹਿਬ ਜਿਹੜਾ ਇੱਕ ਲੋਕਲ ਪੁਲਿਸ ਦਾ ਮੁੱਦਾ ਖਾਸ ਕਰ ਸਰੀ ਦੇ ਵਿੱਚ ਬਹੁਤ ਇਹ ਇਸ ਵੇਲੇ
ਭਖਦਾ ਆ, ਹਾਂਜੀ ਕੀ ਸਟੈਂਡ ਆ ਤੁਹਾਡੀ ਪਾਰਟੀ ਦਾ? ਥੋੜਾ ਜਿਹਾ ਸਪਸ਼ਟ ਕਰੋਗੇ ਸਾਰੀ ਪੁਲਿਸ ਦੇ ਹੱਕ 'ਚ ਜਾਂ ਆਰਸੀਐਮਪੀ ਦੇ, ਕਿਉਂਕਿ ਲੋਕਾਂ ਨੂੰ ਦੋਵਾਂ ਪਾਰਟੀਆਂ ਦਾ ਹੀ ਨਹੀਂ ਕੋਈ ਸਮਝ ਆ ਰਿਹਾ। ਦੇਖੋ ਐਬਸੋਲੂਟਲੀ ਇਹ ਜਿਹੜਾ ਮਿਊਨਿਸਪਲ ਮੁੱਦਾ ਹੈਗਾ, ਇਹਦੇ ਉੱਤੇ ਮੇਰਾ ਕੋਈ ਸਟੇਟਮੈਂਟ ਮੈਂ ਨਹੀਂ ਦੇਣਾ ਚਾਹੁੰਦਾ, ਕਿਉਂਕਿ ਇਹ ਜਿਹੜਾ ਸਾਡੇ ਮੇਅਰ ਹੈਗੇ ਆ ਤੇ ਕਾਉਂਸਲਸ ਹੈਗੇ, ਇਹ ਉਹਨਾਂ ਦਾ ਫੈਸਲਾ ਜਾਂ ਆਵਾਮ ਦਾ ਫੈਸਲਾ, ਆਵਾਮ ਜੋ ਵੀ ਚਾਹੁੰਦੀ ਹੈ, ਸਰੀ ਦੀ ਪਬਲਿਕ ਜੋ ਚਾਹੁੰਦੀ ਆ ਉਹ ਹੋਣਾ ਚਾਹੀਦਾ ਜੀ ਮੇਰੇ ਹਿਸਾਬ ਨਾਲ। ਅੱਜ ਜੌਨ ਹੌਰਗਨ ਹੋਰਾਂ ਨੇ ਵੀ ਕੁਝ ਕਿਹਾ, ਤੁਹਾਡੀ ਪਾਰਟੀ ਕੀ ਕਹਿੰਦੀ ਹੈ ਜੀ? ਮੈਨੂੰ ਬੜੀ ਹੈਰਾਨੀ ਹੈ ਮੇਰੇ ਦੋਸਤ ਦੇ ਉੱਤੇ, ਕਹਿੰਦੇ ਵੀ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ, ਪਰ ਹਕੀਕਤ ਇਹ ਆ ਜੀ, ਹਕੀਕਤ ਇਹ ਹੈ ਜੀ, ਇਹਨਾਂ ਨਾਲ ਮੈਂ ਇਸ ਗੱਲ ਤੇ ਸਹਿਮਤ ਹਾਂ ਕਿ ਜਿਹੜਾ ਇਹ ਮੁੱਦਾ ਹੈ ਜੀ, ਜਿਹੜਾ ਪੁਲਿਸ ਐਕਟ ਦੇ ਮੁਤਾਬਕ, ਪਹਿਲੀ ਗੱਲ ਤਾਂ ਬੜਾ ਸੰਜੀਦਾ ਮੁੱਦਾ, ਬਿਲਕੁਲ ਲੋਕਾਂ ਦੀ ਸੇਫਟੀ ਦਾ ਮੁੱਦਾ, ਸਾਡੇ ਬੱਚਿਆਂ ਦੀ ਸੇਫਟੀ ਦਾ ਮੁੱਦਾ ਹੈ। ਔਰ ਉਹਦੇ ਨਾਲ ਨਾਲ ਇਹ ਹੈਗਾ ਕਿ ਜੇ ਪੁਲਿਸ ਐਕਟ ਦੇ ਵਿੱਚ ਬੜਾ ਕਲੀਅਰਲੀ ਲਿਖਿਆ ਹੋਇਆ ਕਿ ਜਿਹੜੇ ਵੀ ਸ਼ਹਿਰ ਦੀ ਆਬਾਦੀ 5000 ਤੋਂ ਜ਼ਿਆਦਾ, ਜੀ, ਉਸ ਨੂੰ ਹੱਕ ਹੈ ਕਿ ਉਹ ਆਪਣੇ ਸਿਟੀ ਦੇ ਵਿੱਚ ਪੁਲਿਸ ਜਿਹੜੀ ਹੈਗੀ ਉਹਨੇ ਆਰਸੀਪੀ ਰੱਖਣੀ ਜਾਂ ਲੋਕਲ ਪੁਲਿਸ ਲਿਆਉਣੀ, ਉਹ ਫੈਸਲਾ ਕਰ ਸਕਦੇ। ਕੌਂਸਲ ਨੇ ਬਿਲਕੁਲ ਠੀਕ ਹੈ, ਇਹਨਾਂ ਨਾਲ ਮੈਂ ਸਹਿਮਤ ਹਾਂ ਕਿ ਉਹਨਾਂ ਨੇ ਯੂਨਾਨੀਮਸ ਫੈਸਲਾ ਕੀਤਾ ਇਸ ਨੂੰ ਟ੍ਰਾਂਜੀਸ਼ਨ ਕਰਨ ਦਾ। ਪਰ ਉਸ ਤੋਂ ਬਾਅਦ ਸਾਡੀ ਪੋਜੀਸ਼ਨ ਜਿਹੜੀ ਇਹ ਰਹੀ ਹੈ ਹੁਣ ਤੱਕ, ਅੱਜ ਵੀ ਹੈ ਕਿ ਇਹ ਸਿਟੀ ਜਿਹੜਾ ਕੌਂਸਲ ਦਾ ਮੈਟਰ ਹੈਗਾ, ਉਹਨਾਂ ਦੇ ਇਹਦਾ ਫੈਸਲਾ ਕਰਨਾ, ਔਰ ਉਹਨਾਂ ਨੇ ਫੈਸਲਾ ਕੀਤਾ ਤੇ ਉਸ ਹਿਸਾਬ ਨਾਲ ਜਿਹੜੀ ਟ੍ਰਾਂਜੀਸ਼ਨ ਚੱਲ ਰਹੀ ਹੈ। ਸਪਸ਼ਟ ਤੁਸੀਂ ਹੱਕ 'ਚੋਂ ਸਰੀ ਪੁਲਿਸ ਦੇ ਜਾਂ ਜਿਹੜਾ ਅਸੀਂ ਜਿਹੜਾ ਸਰੀ ਦਾ ਫੈਸਲੇ ਕੀਤੇ ਨੂੰ ਸਪੋਰਟ ਕਰ ਰਹੇ ਹਾਂ ਜੀ, ਜਿਹੜਾ ਕਿਉਂਕਿ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਉਹਦੇ ਵਿੱਚ ਹੈ ਨਾ। ਪਰ ਦੂਜੇ ਪਾਸੇ ਜਿਹੜੇ ਲਿਬਰਲ ਪਾਰਟੀ ਦੇ 2 ਲੋਕਲ ਐਮਐਲਏ ਵੀ ਇਹੀ ਗੱਲ ਕਹਿ ਰਹੇ, ਜਿਹੜਾ ਮੈਂ ਗੱਲ ਕਹੀ ਹੈ ਕਿ ਵੀ ਇਹ ਲੋਕਲ ਮਸਲਾ ਲੋਕਲ ਕੌਂਸਲ ਦਾ, ਤੇ ਅਸੀਂ ਜਿਹੜਾ ਉਸੇ ਤਰੀਕੇ ਨਾਲ ਹੋਣਾ ਚਾਹੀਦਾ। ਪਰ ਅੱਜ ਇਹਨਾਂ ਦੇ ਲੀਡਰ ਜਿਹੜੇ ਹੈਗੇ ਐਂਡਰੂ ਵਿਲਕਿਨਸਨ, ਉਹਨਾਂ ਨੇ ਬੜੀ ਸ਼ੌਕਿੰਗ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਹੈਗਾ ਇੱਕ ਪਾਸੇ ਉਹ ਖੁਸ਼ ਕਰਨਾ ਚਾਹੁੰਦੇ ਦੂਜੀ ਕਮਿਊਨਿਟੀ ਨੂੰ, ਇੱਕ ਪਾਸੇ ਖੁਸ਼ ਕਰਨਾ ਚਾਹੁੰਦੇ ਹੋਰ ਕਮਿਊਨਿਟੀ ਨੂੰ। ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੀ ਇਹ ਜਿਹੜਾ ਹੈਗਾ, ਮੈਂ ਇਸ ਨੂੰ ਦੁਬਾਰਾ ਇਹਨੂੰ ਰੀਐਵੈਲੂਏਟ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਸਰੀ ਦੇ ਵਿੱਚ ਜੋ ਫੈਸਲੇ ਪੁਲਿਸ ਬਾਰੇ ਕੀਤੇ ਜਾ ਰਹੇ ਉਹਦੇ ਤੇ ਕੋਈ ਵੀ ਬੰਦਾ ਟਰਸਟ ਨਹੀਂ ਕਰਦਾ। ਇਹ ਉਹਨਾਂ ਦੀ ਅੱਜ ਦੀ ਸਟੇਟਮੈਂਟ ਹੈ, ਜਿਹੜੀ ਇਹਨਾਂ ਦੇ ਆਪਣੇ ਐਮਐਲਏ ਦੀ ਸਟੇਟ ਨਾਲ ਕੰਟਰਾਡਿਕਟ ਕਰਦੀ ਹੈ। ਸੋ ਇੱਕ ਪਾਸੇ ਉਹ ਕੁਝ ਕਹੀ ਜਾਂਦੇ ਆ, ਐਮਐਲਏ ਕੁਝ ਹੋਰ ਕਹੀ ਜਾਂਦੇ ਆ। ਇਹ ਸਰੀ ਦਾ ਬਹੁਤ ਸੰਜੀਦਾ ਮਸਲਾ, ਇਸ ਨੂੰ ਜਿਹੜਾ ਖੁੱਦੋ-ਖੁੰਡੀ ਨਾ ਬਣਾਇਆ ਜਾਵੇ, ਇਸ ਨੂੰ ਪੋਲੀਟੀਕਲ ਜਿਹੜੀ ਖੁੱਦੋ-ਖੁੰਡੀ ਬਣਾ ਕੇ ਨਾ ਖੇਡਿਆ ਜਾਵੇ। ਬੜੀ ਕਲੀਅਰ ਪੋਜੀਸ਼ਨ ਲਵੇ ਲਿਬਰਲ ਪਾਰਟੀ ਜਿਹੜੀ ਇਸ ਵੇਲੇ ਨਹੀਂ ਹੈ। ਸਿੰਘ ਸਾਹਿਬ, ਤੁਸੀਂ ਸਕੂਲ ਟਰਸਟੀ ਹੋ, ਮੈਂ ਫਿਰ ਉਸੇ ਮੁੱਦੇ ਤੇ ਆਉਣਾ। ਪੋਰਟੇਬਲ ਦਾ ਮਸਲਾ ਐਨਡੀਪੀ ਦਾ ਬਹੁਤ ਵੱਡਾ ਇਸ਼ੂ ਰਿਹਾ ਜਦੋਂ ਲਿਬਰਲ ਸਰਕਾਰ ਸੀਗੀ। ਹਾਂਜੀ, ਕੋਈ ਵੀ ਗੱਲ ਕਰਦੇ ਸੀ ਅਸੀਂ, ਪੋਰਟੇਬਲ ਦਾ ਮੁੱਦਾ ਸਾਡੇ ਸਾਹਮਣੇ ਆ ਜਾਂਦਾ ਸੀ। ਤੁਸੀਂ ਸਕੂਲਾਂ ਦੇ ਨਾਲ ਬਹੁਤ ਨੇੜਿਓਂ ਜੁੜੇ ਆ। ਐਨਡੀਪੀ ਦਾ ਕਹਿਣਾ ਕਿ ਇਹ ਪਿੱਛੇ ਜਿਹੜੀ ਲਿਬਰਲ ਸਰਕਾਰ ਸੀ ਉਹ ਸਾਡੇ ਲਈ ਸਾਰਾ ਕੁਝ ਛੱਡ ਕੇ ਗਈ ਹੈ। ਸੰਤੁਸ਼ਟ ਹੋ? ਕੀ ਲੱਗਦਾ ਇਹਦੇ ਉੱਤੇ ਕੀ ਕਰਨਾ ਚਾਹੀਦਾ ਸੀ ਜਾਂ ਐਨਡੀਪੀ ਨੇ ਕੀ ਕੀਤਾ? ਤੁਸੀਂ ਕੀ ਕਰੋਗੇ ਇਹਨੂੰ ਠੀਕ ਕਰਨ ਦੇ ਲਈ? ਦੇਖੋ ਜਿਸ ਕਾਰਨ ਮੈਂ ਆਪਣੀ ਗੱਲ ਕਰਾਂ, ਜਦੋਂ ਮੈਂ ਸਕੂਲ ਬੋਰਡ ਟਰਸਟੀ ਦੀਆਂ ਚੋਣਾਂ ਲੜੀਆਂ ਸੀਗੀਆਂ, ਮੈਂ ਉਦੋਂ ਸਿਰਫ 2 ਵਾਅਦੇ ਕੀਤੇ ਸੀਗੇ ਕਮਿਊਨਿਟੀ ਨੂੰ ਜੀ। ਇੱਕ ਤਾਂ ਵੀ ਮੈਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਾਂਗਾ, ਇਕੱਲਾ ਪੰਜਾਬੀ ਉੱਥੇ ਰਿਪਰੈਜ਼ੈਂਟੇਟਿਵ ਆ, ਪੰਜਾਬੀ ਨੂੰ ਪ੍ਰਮੋਟ ਕਰਾਂਗਾ। ਮੈਂ ਉਸ ਵਾਅਦੇ ਦੇ ਉੱਤੇ ਖੜਾ। ਸਿਰਫ 7 ਸਕੂਲਾਂ ਕੇ 9 ਸਕੂਲਾਂ ਦੇ ਵਿੱਚ, ਮਾਫ ਕਰਨਾ, ਉਦੋਂ ਪੰਜਾਬੀ ਪੜ੍ਹਾਈ ਜਾਂਦੀ ਸੀ ਸਰੀ ਦੇ ਐਲੀਮੈਂਟਰੀ ਤੇ ਸੈਕੰਡਰੀ ਨੂੰ। ਅੱਜ ਅਸੀਂ 16 ਸਕੂਲਾਂ ਦੇ ਵਿੱਚ ਐਲੀਮੈਂਟਰੀ ਤੇ ਸੈਕੰਡਰੀ ਦੇ ਵਿੱਚ ਪੰਜਾਬੀ ਪੜ੍ਹਾ ਰਹੇ ਹਾਂ। ਸੋ ਮੈਂ ਉਹਦੇ ਲਈ ਐਡਵੋਕੇਸੀ ਕੀਤੀ ਤੇ ਉਹ ਜਿਹੜਾ ਮੁੱਦੇ ਤੇ ਮੈਂ ਖੜਾ। ਦੂਜਾ ਮੇਰਾ ਸੀਗਾ ਕਮਿਊਨਿਟੀ ਦਾ ਕੋਈ ਵੀ ਇਸ਼ੂ ਹੋਊਗਾ, ਖਾਸ ਕਰਕੇ ਪੰਜਾਬੀ ਕਮਿਊਨਿਟੀ ਦਾ, ਸਾਊਥ ਏਸ਼ੀਅਨ ਕਮਿਊਨਿਟੀ ਦਾ, ਮੈਂ ਕਮਿਊਨਿਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਊਗਾ। ਉਹ ਮੈਂ ਖੜਾ ਹੋਇਆ ਜਦੋਂ ਇਹਨਾਂ ਨੇ ਫੁੱਲ ਕਪੈਸਿਟੀ ਆਖਿਆ ਸਕੂਲਾਂ ਨੂੰ ਰੀਓਪਨ ਕਰਨ ਲਈ। ਪੇਰੈਂਟਸ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਉਸ ਫੈਸਲੇ ਤੋਂ ਨਾ ਖੁਸ਼ ਸੀਗੇ। ਮੈਂ ਕਿਹਾ ਠੀਕ ਹੈ, ਜੇ ਤੁਸੀਂ ਫੋਰਗੇਟ ਅਬਾਊਟ ਸਕੂਲ ਬੋਰਡ ਟਰਸਟੀ, ਜੇ ਮੈਨੂੰ ਈਵਨ ਉੱਥੋਂ ਰਿਜ਼ਾਈਨ ਵੀ ਕਰਨਾ ਪੈਂਦਾ, ਐਬਸੋਲੂਟਲੀ ਨਾਟ, ਬਟ ਆਈ ਵਿਲ ਸਟੈਂਡ ਵਿਦ ਮਾਈ ਕਮਿਊਨਿਟੀ ਦੇ ਨਾਲ ਖੜਿਆ। ਉਹਨਾਂ ਦੀ ਆਵਾਜ਼ ਬਣ ਕੇ ਮੈਂ ਘੱਟੋ ਘੱਟ 15 ਜਾਂ 20 ਜਿਹੜੇ ਡਿਫਰੈਂਟ ਮੀਡੀਆਜ਼ ਦੇ ਥਰੂ ਜਿਹੜਾ ਆਵਾਜ਼ ਜਿਹੜੀ ਆਪਣੇ ਮਿਨਿਸਟਰੀ ਤੱਕ ਪਹੁੰਚਾਈ, ਉਹਨਾਂ ਨੇ ਫੈਸਲਾ ਵਾਪਸ ਲਿਆ। ਪੋਰਟੇਬਲਸ ਦੀ ਗੱਲ ਕਰੀਏ ਜੀ, ਮੇਰੇ ਕੋਲੇ ਨੰਬਰ ਹੈਗੇ ਜੀ 2017 ਦੇ ਵਿੱਚ ਜਦੋਂ ਇਹ ਐਨਡੀਪੀ ਸਰਕਾਰ ਬਣੀ ਹੈ, ਇਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਸੀਗਾ ਸਰੀ ਦੇ ਕਿਸੇ ਵੀ, ਤੁਸੀਂ ਡਿਬੇਟ ਦੇ ਵਿੱਚ ਕਿਸੇ ਵੀ ਰੇਡੀਓ ਸਟੇਸ਼ਨ ਦੀ ਪੁਰਾਣੀ ਰਿਕਾਰਡਿੰਗ ਕੱਢ ਕੇ ਦੇਖ ਲਓ ਤੁਸੀਂ। ਇਹ ਕਹਿੰਦੇ ਸੀਗੇ ਜੀ ਅਗਲੇ 2 ਸਾਲਾਂ ਦੇ ਵਿੱਚ ਅਸੀਂ ਸਰੀ ਦੇ ਵਿੱਚੋਂ 50% ਪੋਰਟੇਬਲ ਖਤਮ ਕਰ ਦਿਆਂਗੇ ਤੇ ਅਗਲੇ 4 ਸਾਲਾਂ ਦੇ ਵਿੱਚ ਅਸੀਂ ਸਰੀ ਦੇ ਸਾਰੇ ਪੋਰਟੇਬਲਸ ਖਤਮ ਕਰ ਦਿਆਂਗੇ। ਮੈਂ ਤੁਹਾਨੂੰ ਨੰਬਰ ਦਿੰਨਾ ਜੀ, 2017 ਦੇ ਵਿੱਚ ਸਰੀ ਦੇ ਵਿੱਚ ਟੋਟਲ ਪੋਰਟੇਬਲ 271 ਸੀਗੇ ਜੀ। ਅੱਜ ਦੀ ਤਰੀਕ ਦੇ ਵਿੱਚ ਸਰੀ ਦੇ ਵਿੱਚ ਟੋਟਲ ਪੋਰਟੇਬਲ 351 ਹੈ। 80 ਪੋਰਟੇਬਲ ਜਿਹੜੇ ਅਸੀਂ ਹੋਰ ਐਡ ਕੀਤੇ ਆ ਪਿਛਲੇ 3 ਸਾਲਾਂ ਤੋਂ ਇਹ ਸਰਕਾਰ ਜਿਹੜੀ ਕੰਮ ਕਰ ਰਹੀ ਆ। ਜਿਹੜੀ ਅਨਾਉਂਸਮੈਂਟ ਲਿਬਰਲ ਗਵਰਨਮੈਂਟ ਨੇ ਕੀਤੀ ਸੀਗੀ ਆਪਣੀ ਲਾਸਟ ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ, ਕੋਈ ਤਕਰੀਬਨ ਉਹਦੇ ਵਿੱਚ 2700 ਨਵੀਆਂ ਸੀਟਾਂ ਦਾ ਐਲਾਨ ਸੀਗਾ।
ਉਹ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਇਸ ਗਵਰਨਮੈਂਟ ਨੇ ਕੈਂਸਲ ਕਰਕੇ ਉਹਨੂੰ ਦੁਬਾਰਾ ਉਹੀ ਅਨਾਉਂਸਮੈਂਟ ਆ ਫਿਰ ਅਸੀਂ ਕੀਤੀਆਂ, ਜਿਨ੍ਹਾਂ ਦੇ ਵਿੱਚ ਅਸੀਂ ਹੀ ਐਜ਼ ਅ ਟਰਸਟੀ ਔਰ ਪਹਿਲਾਂ ਉਹ ਸੀ ਲਿਬਰਲ ਗਵਰਨਮੈਂਟ ਅਨਾਉਂਸ ਕਰਕੇ ਗਈ, ਉਹਨਾਂ ਨਾਲ ਅਸੀਂ ਫੋਟੋ ਖਿਚਾਈਆਂ, ਦੁਬਾਰਾ ਉਹਨਾਂ ਹੀ ਸਕੂਲਾਂ ਵਿੱਚ ਜਾ ਕੇ ਅਸੀਂ ਐਨਡੀਪੀ ਸਰਕਾਰ ਨਾਲ ਫੋਟੋ ਖਿਚਾਈਆਂ। ਸੋ 2700 ਸੀਟਾਂ ਜਿਹੜੀਆਂ ਪੁਰਾਣੀ ਲਿਬਰਲ ਸਰਕਾਰ ਅਨਾਉਂਸ ਕਰਕੇ ਗਈ ਸੀ, ਉਹ ਸਾਰੀਆਂ ਨੂੰ ਰੱਦ ਕਰਕੇ ਜਿਹੜੀਆਂ ਨਵੀਆਂ ਜਿਹੜੀਆਂ ਅਨਾਉਂਸਮੈਂਟ ਜੇ ਹੁਣ ਤੁਹਾਨੂੰ ਚੁਣ ਲੈਂਦੇ ਆ ਲੋਕ, ਲਿਬਰਲ ਆ ਜਾਂਦੀ, ਕਿੰਨੇ ਚਿਰ ਚ ਪੋਰਟੇਬਲਸ ਖਤਮ ਹੋ ਜਾਣਗੇ ਕਿ ਨਹੀਂ ਹੋਣਗੇ? 1.35 ਬਿਲੀਅਨ ਡਾਲਰ ਦੀ ਆਸਕ ਹੈ ਸਰੀ ਦੀ ਜਿਹੜੀ ਸਕੂਲ ਡਿਸਟ੍ਰਿਕਟ ਦੀ, ਇੱਕ ਬਹੁਤ ਵੱਡੀ ਮੰਗ ਹੈ ਸਾਡੇ ਲਈ। ਮੈਂ ਕੋਈ ਓਵਰ ਪ੍ਰੋਮਿਸ ਨਹੀਂ ਕਰਦਾ, ਜਿਸ ਤਰ੍ਹਾਂ ਐਨਡੀਪੀ ਸਰਕਾਰ ਨੇ ਪਿਛਲੀ ਵਾਰੀ ਕੀਤਾ ਵੀ ਅਸੀਂ 4 ਸਾਲਾਂ ਦੇ ਵਿੱਚ ਪੋਰਟੇਬਲ ਖਤਮ ਕਰ ਦਿਆਂਗੇ। 5 ਸਾਲਾਂ ਦੇ ਵਿੱਚ ਅਸੀਂ ਸਰੀ ਦੇ ਪੋਰਟੇਬਲਸ ਨੂੰ 50% ਤੱਕ ਘਟਾ ਸਕਦੇ ਹਾਂ, ਜੋ ਜਿਸ ਰਫਤਾਰ ਦੇ ਨਾਲ ਜਿਹੜੀ ਹੁਣ ਸਾਡਾ ਆਫਿਸ ਹੈਗਾ ਜਿਹੜਾ ਕੰਮ ਕਰ ਰਿਹਾ ਹੈਗਾ ਮਿਨਿਸਟਰੀ ਦੇ ਨਾਲ, ਆਪਣਾ ਜਿਹੜੇ ਕੈਪੀਟਲ ਪ੍ਰੋਜੈਕਟਸ, ਕੈਪੀਟਲ ਆਫਿਸ ਅਸੀਂ ਉਹਨੂੰ ਕਹਿੰਦੇ ਹੈਗੇ ਆ, ਕੈਪੀਟਲ ਪ੍ਰੋਜੈਕਟ ਆਫਿਸ ਜਿਸ ਹਿਸਾਬ ਨਾਲ ਕੰਮ ਕਰ ਰਿਹਾ ਹੈਗਾ, ਜੇ ਉਸੇ ਰਫਤਾਰ ਨਾਲ ਕੰਮ ਕਰੀ ਜਾਵੇ ਤਾਂ ਜਿਹੜਾ ਹੋ ਸਕਦਾ ਅਗਲੇ 5 ਸਾਲਾਂ ਵਿੱਚ ਅਸੀਂ ਪੋਰਟੇਬਲਸ ਦੀ ਗਿਣਤੀ 50% ਤੱਕ ਘਟਾ ਦੇਵਾਂਗੇ। ਬਹੁਤ ਵੱਡਾ ਮੁੱਦਾ ਸੀ ਐਨਡੀਪੀ ਕੋਲ ਉਸ ਵੇਲੇ। ਅਸੀਂ ਕਿਸੇ ਵੀ ਇੰਟਰਵਿਊ ਲਈ ਜਾਂਦੇ ਸੀ, ਗੱਲ ਕੋਈ ਹੋਰ ਕਰਦੇ ਸੀ, ਗੱਲ ਪੋਰਟੇਬਲਸ ਤੇ ਆ ਜਾਂਦੀ ਸੀ। ਕੀ ਅਪਡੇਟ ਆ ਜੀ ਇਸ ਵੇਲੇ 3 ਸਾਲਾਂ? ਮੇਰੇ ਦੋਸਤ ਨੇ ਬੜੇ ਫੈਕਟਸ ਦਿੱਤੇ, ਪਰ ਬਹੁਤ ਸਾਰੇ ਫੈਕਟਸ ਜਿਹੜੇ ਹੈਗੇ ਆ ਉਹ ਨਹੀਂ ਦਿੱਤੇ ਗਏ ਜੀ। ਹਕੀਕਤ ਇਹ ਹੈ ਜੀ ਕਿ ਸਰੀ ਦੇ ਵਿੱਚ ਜਿਹੜਾ ਸਕੂਲਾਂ ਦਾ ਮੁੱਦਾ ਉਹ ਬਹੁਤ ਮਹੱਤਵਪੂਰਨ ਮੁੱਦਾ ਬੱਚਿਆਂ ਲਈ, ਔਰ ਸਾਡਾ ਬਹੁਤ ਤੇਜ਼ੀ ਨਾਲ ਪਾਪੂਲੇਸ਼ਨ ਵੱਧ ਰਹੀ ਹੈ ਔਰ ਉਹਦੇ ਮੁਤਾਬਕ ਸਾਡੇ ਸਕੂਲ ਬਣਨੇ ਚਾਹੀਦੇ ਸੀ। ਜੇ ਲਿਬਰਲ ਸਰਕਾਰ ਨੇ ਪਿਛਲੇ 16 ਸਾਲਾਂ ਦੇ ਵਿੱਚ 16 ਸਾਲਾਂ ਦੇ ਵਿੱਚ ਜਿੰਨਾ ਅਸੀਂ 3 ਸਾਲਾਂ 'ਚ ਕੰਮ ਕੀਤਾ ਹੁੰਦਾ ਤਾਂ ਤੁਸੀਂ ਸਾਨੂੰ ਸਵਾਲ ਨਹੀਂ ਸੀ ਪੁੱਛਣਾ ਜੀ। ਪਿਛਲੇ 3 ਸਾਲ ਜਿਹੜੇ ਲਿਬਰਲ ਸਰਕਾਰ ਦੇ ਸੀ ਉਹਦੇ ਵਿੱਚ ਇੱਕ ਸਕੂਲ ਸਰੀ ਦੇ ਵਿੱਚ ਬਣਿਆ, ਇਹ ਵੀ ਫੈਕਟ ਆ। ਔਰ ਉਸ ਤੋਂ ਬਾਅਦ ਜਿਹੜੇ ਹੁਣ 3 ਸਾਲ ਸਾਡੀ ਸਰਕਾਰ ਦੇ ਨੇ, ਇਹਦੇ ਵਿੱਚ 400 ਮਿਲੀਅਨ ਡਾਲਰ ਇਹ ਸਕੂਲ ਟਰਸਟੀ ਨੇ 400 ਮਿਲੀਅਨ ਡਾਲਰ ਅਪਰੂਵ ਕਰਕੇ ਫੰਡਿੰਗ ਦਿੱਤੀ ਗਈ ਹੈ। 25 ਜਿਹੜੇ ਸਕੂਲ ਉਹਦੇ ਨਾਲ ਕਵਰ ਹੁੰਦੇ, ਉਹਦੇ ਵਿੱਚ ਨਵੇਂ ਸਕੂਲ ਵੀ ਨੇ, ਸਕੂਲਾਂ ਦੇ ਵਿੱਚ ਐਡੀਸ਼ਨ ਵੀ ਨੇ, ਤੇ ਜਿਹੜੀ ਹੈਗੀ ਆ ਨਵੇਂ ਸਕੂਲਾਂ ਵਾਸਤੇ ਜ਼ਮੀਨ ਵੀ ਲਈ ਗਈ ਹੈ। 400 ਮਿਲੀਅਨ ਡਾਲਰ ਕੁੱਲ ਮਿਲਾ ਕੇ ਜਿਹੜੀਆਂ 8900 ਸੀਟਸ ਹੈਗੀਆਂ ਉਹ ਬਣਨੀਆਂ, ਇਕੁਇਲੈਂਟ ਟੂ ਜਦੋਂ ਕਹਿ ਸਕਦੇ ਹੋ ਵੀ 12-13 ਸਕੂਲ ਜਿਹੜੇ 3 ਸਾਲਾਂ ਦੇ ਵਿੱਚ ਅਪਰੂਵ ਕਰਕੇ ਫੰਡਿੰਗ ਦੇ ਦਿੱਤੀ ਗਈ ਹੈ। ਇੱਕ ਤਾਂ ਇਹ ਹੈ। 4000 ਟੀਚਰ ਭਰਤੀ ਕੀਤਾ ਗਿਆ, ਇਹ ਦੱਸਣ ਕਿੰਨੇ ਕੀਤੇ ਆ। 2000 ਅਸਿਸਟੈਂਟ ਟੀਚਰ ਭਰਤੀ ਕੀਤਾ ਗਿਆ ਸਕੂਲ ਸਿਸਟਮ ਦੇ ਵਿੱਚ, ਇਹ 3 ਸਾਲਾਂ ਦੇ ਵਿੱਚ। ਇਹ 3 ਸਾਲਾਂ ਦੇ ਵਿੱਚ ਇੰਨਾ ਕੰਮ ਹੋਇਆ ਸਰੀ ਦੇ ਵਿੱਚ ਜਿਹੜਾ ਪਿਛਲੇ 16 ਸਾਲਾਂ ਦੇ ਵਿੱਚ ਨਹੀਂ ਹੋਇਆ। ਪਰ ਇੱਕ ਸਕੂਲ ਤੁਹਾਨੂੰ ਮੈਂ ਦੱਸਦਾ ਵੀ 3 ਸਾਲਾਂ 'ਚ ਇਹਨਾਂ ਦਾ ਇੱਕ ਸਕੂਲ ਹੈ। ਸਾਡੇ ਘੱਟੋ ਘੱਟ ਜਿਹੜੇ ਆਪਾਂ ਸਾਰਿਆਂ ਨੂੰ ਸੀਟਾਂ ਨੂੰ ਵੰਡੀਏ ਸਕੂਲਾਂ ਦੇ ਵਿੱਚ ਤਾਂ 15-16 ਸਕੂਲ ਬਣਦੇ, ਜਿਹੜੇ ਅਸੀਂ ਪੈਸੇ ਕਰਕੇ ਇਹਨਾਂ ਦੇ ਸਕੂਲ ਡਿਸਟ੍ਰਿਕਟ ਨੂੰ ਫੜਾ ਦਿੱਤੇ ਗਏ। ਔਰ ਇਹਨਾਂ ਦੀ ਚੇਅਰ ਹੈਗੀ ਹੈ ਜੀ ਆਪਣੀ ਜਿਹੜੀ ਟਰਸਟੀ ਦੀ ਚੇਅਰ ਮੈਂ ਗੱਲ ਕਰਦਾ, ਜਿਹੜੇ ਬੋਰਡ ਦੇ ਮੈਂਬਰ ਨੇਗੇ ਥਿੰਦ ਸਾਹਿਬ, ਲੌਰੀ ਲਾਰਸਨ, ਉਹਦੀ ਸਟੇਟਮੈਂਟ ਹੈ, ਇਹ ਕਹੀ ਹੋਈ ਹੈ ਉਹਨੇ ਕਿ ਜੀ ਮੈਂ ਪਹਿਲੀ ਵਾਰੀ ਜਿਹੜਾ ਹੈਗਾ ਲੰਮੇ ਸਮੇਂ ਬਾਅਦ ਮੈਨੂੰ ਆਸ ਵੱਝੀ ਹੈ ਕਿ ਸਰੀ ਦੇ ਵਿੱਚ ਜਿਹੜਾ ਹੈਗਾ ਸਕੂਲਾਂ ਦਾ ਕੰਮ ਠੀਕ ਜਿਹੜਾ ਹੋਣ ਜਾ ਰਿਹਾ। ਇਹ ਉਹਦੀ ਸਟੇਟਮੈਂਟ ਹੈ, ਮੇਰੀ ਨਹੀਂ ਹੈ, ਇਹ ਉਹਦੀ। ਸੋ ਐਡਾ ਵੱਡਾ ਕੰਮ ਇਹ ਹੋਇਆ ਜੀ। ਡਾਕਟਰ ਸਾਹਿਬ, ਇੱਕ ਹੋਰ ਮੁੱਦਾ ਆ ਕਿ ਜਿਹੜਾ ਪੈਂਡੈਮਿਕ ਨੂੰ ਕੰਟਰੋਲ ਕਰਨ ਦੇ ਵਿੱਚ ਡਾਕਟਰ ਬੋਨੀ ਹੈਨਰੀ ਨੇ ਜੋ ਕੁਝ ਕੀਤਾ, ਕਿਤੇ ਨਾ ਕਿਤੇ ਐਨਡੀਪੀ ਵੱਲੋਂ ਗਾਈਡਲਾਈਨ ਸੀਗੀਆਂ, ਖਾਸ ਕਰਕੇ ਜਦੋਂ ਅਸੀਂ ਬੈਂਕਟ ਹਾਲਾਂ ਦੇ ਵਿੱਚ ਗਏ ਆ, ਉਹਨਾਂ ਨੇ ਬੜਾ ਸਟਰੋਂਗਲੀ ਤੁਹਾਡਾ ਵਿਰੋਧ ਕੀਤਾ। ਓਪਨਲੀ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਵੀ ਅਸੀਂ ਐਨਡੀਪੀ ਦਾ ਵਿਰੋਧ ਕਰਦੇ ਹਾਂ ਜਾਂ ਅਸੀਂ ਬਾਈਕਾਟ ਕਰਦੇ ਹਾਂ। ਉਹ ਕੀ ਮਾਮਲਾ ਸੀ ਵੀ ਜੇ ਬਾਕੀ ਸਾਰਾ ਕੁਝ ਕਹਿਣਾ ਉਹਨਾਂ ਦਾ ਇਹ ਸੀ, ਉਹਨਾਂ ਦੇ ਕਹਿਣ ਅਨੁਸਾਰ, ਕਿ ਕਿਉਂਕਿ ਸਾਰਾ ਪੰਜਾਬੀ ਭਾਈਚਾਰਾ ਹੈ, ਸਾਰੇ ਹਾਲ ਓਨ ਕਰਨ ਵਾਲੇ ਜਿਹੜੇ ਸਟੈਂਡ ਅਲੋਨ ਆ ਇਹ ਬੰਦ ਕਰ ਦਿੱਤੇ ਗਏ ਆ, ਹੋਟਲਸ ਦੇ ਖੋਲ੍ਹੇ ਆ, ਰੈਸਟੋਰੈਂਟ ਨੂੰ ਜ਼ਿਆਦਾ ਫੈਸਿਲਿਟੀ ਆ, ਇਹ ਕੀ ਮਾਮਲਾ ਸੀ? ਕੀ ਇੱਥੇ ਵੀ ਕੋਈ ਪੋਲਿਟਿਕਸ ਸੀ ਜਾਂ ਇਹ ਸਿੱਧੀਆਂ ਹਦਾਇਤਾਂ ਸੀ? ਦੇਖੋ ਜੀ, ਜਿਹੜਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਐਨਡੀਪੀ ਦੀ ਪ੍ਰੀਮੀਅਰ ਸਾਹਿਬ ਦੀ ਪੋਜੀਸ਼ਨ ਜਿਹੜੀ ਹੈਗੀ ਕੋਵਿਡ-19 ਤੇ ਬੜੀ ਕਲੀਅਰ ਸੀ ਜੀ। ਉਹ ਇਹ ਹੈ, ਅੱਜ ਵੀ ਹੈ, ਕੱਲ੍ਹ ਨੂੰ ਵੀ ਹੋਣੀ ਹੈ, ਪਰਸੋਂ ਵੀ ਹੋਣੀ। ਉਹ ਇਹ ਹੈ ਕਿ ਅਸੀਂ ਸਾਇੰਟੀਫਿਕ ਐਵੀਡੈਂਸ ਤੋਂ ਬਗੈਰ ਕੋਈ ਫੈਸਲਾ ਨਹੀਂ ਕਰਨਾ। ਅਸੀਂ ਕੋਈ ਸਿਆਸੀ ਦਖਲਅੰਦਾਜ਼ੀ ਲੋਕਾਂ ਦੀ ਜਿੱਥੇ ਪਬਲਿਕ ਸੇਫਟੀ ਦਾ ਮੈਟਰ ਆ ਉੱਥੇ ਨਹੀਂ ਕਰਨੀ। ਉਹਨਾਂ ਨੇ ਬੜਾ ਸਪਸ਼ਟ ਕੀਤਾ ਹੋਇਆ। ਸੋ ਇਸ ਕਰਕੇ ਡਾਕਟਰ ਬੋਨੀ ਹੈਨਰੀ, ਉਹਦੇ ਕੋਲੇ ਬਹੁਤ ਵੱਡੀ ਟੀਮ ਆ, ਉਹਨੂੰ ਅਸੀਂ ਸਾਧਨ ਦਿੱਤੇ ਹੋਏ ਸਾਰੇ। ਉਹ ਧਰਤੀ ਤੇ ਸਾਰੇ ਪਾਸੇ ਕੀ ਹੋ ਰਿਹਾ ਰੁਝਾਨ ਨੂੰ ਦੇਖ ਕੇ, ਇੱਥੇ ਕੀ ਹੋ ਰਿਹਾ, ਉਹਨਾਂ ਨੂੰ ਹਰ ਰੋਜ਼ ਪਤਾ ਵੀ ਕਿੱਥੋਂ ਕੇਸ ਆ ਰਹੇ, ਕਿਉਂਕਿ ਕੰਟੈਕਟ ਟ੍ਰੇਸਿੰਗ ਉਹ ਕਰਦੇ ਆ। ਉਹਦੇ ਮੁਤਾਬਕ ਡਾਕਟਰ ਬੋਨੀ ਹੈਨਰੀ ਜੋ ਫੈਸਲਾ ਲੈਂਦੀ ਹੈ ਉਸ ਨੂੰ ਸਰਕਾਰ ਮੰਨਦੀ ਹੈ। ਇਹ ਸਰਕਾਰ ਦਾ ਫੈਸਲਾ ਇਹ ਹੈ। ਸੋ ਇਹੀ ਸਾਡੀ ਜਿਹੜੀ ਹੈਗੀ ਉਹਦੇ ਵਿੱਚ ਹੈਗੀ। ਉਹ ਚਾਹੇ ਜਿਹੜਾ ਹੈਗਾ ਪਹਿਲਾਂ ਉਹਨੇ ਬਹੁਤ ਜ਼ਿਆਦਾ ਵੱਡੇ ਬਿਜ਼ਨਸ ਬੰਦ ਕਰ ਦਿੱਤੇ ਸੀ, ਬਾਅਦ 'ਚ ਉਹਨੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ। ਹੁਣ ਸਮੇਂ-ਸਮੇਂ ਕੁਝ ਬਿਜ਼ਨਸ ਹੋ ਸਕਦਾ ਨਵੇਂ ਖੋਲ੍ਹੇ ਜਾਣ, ਸਮੇਂ-ਸਮੇਂ ਹੋ ਸਕਦਾ ਜਿੱਥੋਂ ਕੇਸ ਆਉਣ ਉਹ ਬਿਜ਼ਨਸ ਬੰਦ ਵੀ ਕੀਤੇ ਜਾਣ। ਉਹਦੇ ਵਿੱਚ ਬੈਂਕਟ ਹਾਲ ਵੀ ਜਿਹੜੇ ਹੈਗੇ ਆ ਇਹ ਵੀ ਆਏ ਆ। ਸੋ ਉਹ ਡਾਕਟਰ ਬੋਨੀ ਹੈਨਰੀ ਦਾ ਫੈਸਲਾ ਜਿਹੜਾ ਬੇਸਿਕਲੀ ਜਿਹੜਾ ਐਵੀਡੈਂਸ ਬੇਸਡ ਪਬਲਿਕ ਸੇਫਟੀ ਨੂੰ ਮੁੱਖ ਰੱਖ ਕੇ ਕੀਤਾ ਗਿਆ ਫੈਸਲਾ ਜੀ।
ਐਨਡੀਪੀ ਨੇ ਜਿਸ ਤਰ੍ਹਾਂ ਸਰਕਾਰ ਦੀ ਜਿਹੜਾ ਰੋਲ ਸੀਗਾ ਕੋਵਿਡ ਨੂੰ ਕੰਟਰੋਲ ਕਰਨ ਦੇ ਵਿੱਚ, ਹਾਂਜੀ ਉਹਦੇ ਤੇ ਕੋਈ ਇਤਰਾਜ਼? ਦੇਖੋ, ਜਿਹੜਾ ਮੈਂ ਇਹਦੀ ਜੇ ਗੱਲ ਕਰਾਂ ਬੈਂਕਟ ਹਾਲਸ ਦੀ, ਜੇ ਆਪਾਂ ਪਿੱਛੇ ਜਾਈਏ, ਬੈਂਕਟ ਹਾਲਸ ਦੀ ਸਮੱਸਿਆ ਹੱਲ ਕਰਨੀ ਇਹਨਾਂ ਦੇ ਵੱਸ ਦੀ ਗੱਲ ਨਹੀਂ ਸੀਗੀ, ਮੈਂ ਮੰਨ ਲੈਣਾ। ਪਰ ਕੀ ਤੁਸੀਂ ਕਮਿਊਨਿਟੀ ਦੇ ਮੁੱਦਿਆਂ ਨਾਲ ਬੈਠ ਕੇ, ਤੁਸੀਂ ਕਮਿਊਨਿਟੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੁਮਾਇੰਦੇ, ਤੁਸੀਂ ਉਹਨਾਂ ਦੇ ਚੁਣੇ ਹੋਏ ਹੋ, ਕੀ ਤੁਸੀਂ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ? ਉਹਨਾਂ ਦੀ ਜਿਹੜੀ ਯੂਨੀਅਨ ਹੈ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ, ਉਹਨਾਂ ਨਾਲ ਗੱਲਬਾਤ ਕਰਨ ਨੂੰ ਕਿਹੜੀ ਗੱਲੋਂ ਇਨਕਾਰ ਕੀਤਾ ਗਿਆ? ਦੇਖੋ, ਮੈਂ ਮੰਦਬੁੱਧੀ ਬੰਦਾ, ਹੋ ਸਕਦਾ ਵੀ ਮੇਰੀ ਸੋਚ ਉੱਥੋਂ ਤੱਕ ਨਾ ਹਲੇ ਜਾਂਦੀ ਹੋਵੇ ਕਿ ਜਿਹੜੇ ਬੈਂਕਟ ਹਾਲਸ ਹੈ ਇਹਨਾਂ ਦੇ ਵਿੱਚ ਆਪਣੇ ਕੋਲੇ ਬਹੁਤ ਜ਼ਿਆਦਾ ਫਰਨੀਚਰ ਹੈਗਾ ਅਵੇਲੇਬਲ, ਟੇਬਲਸ ਐਂਡ ਚੇਅਰਸ, ਸਾਡੇ ਕੋਲ ਵੱਡੀਆਂ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ। ਕਿ ਬੈਂਕਟ ਹਾਲਸ ਨੂੰ ਅਸੀਂ ਟੈਂਪਰੇਰੀ ਸਕੂਲਸ ਦੇ ਤੌਰ ਤੇ ਯੂਜ਼ ਨਹੀਂ ਕਰ ਸਕਦੇ ਸੀਗੇ? ਕਿ ਅਸੀਂ ਜਿਹੜੇ ਸਕੂਲਾਂ ਦੇ ਵਿੱਚ ਇੱਕ ਸਕੂਲ ਦੇ ਵਿੱਚ 1900 ਬੱਚਾ ਜਿਹੜਾ ਭਰਿਆ, ਕਿ ਉਹਨਾਂ ਨੂੰ ਅਸੀਂ ਬੈਂਕਟ ਹਾਲ ਨੂੰ ਐਡੀਸ਼ਨਲ ਫੰਡਿੰਗ ਦੇ ਕੇ ਉਹਨਾਂ ਨੂੰ ਮੰਡੇ ਟੂ ਫਰਾਈਡੇ ਜਿਹੜਾ ਉਹਨਾਂ ਦਾ ਡੇ ਟਾਈਮ, ਜਿਹੜਾ ਕਿ ਵੈਸੇ ਹੀ ਬੈਂਕਟ ਹਾਲ ਬੰਦ ਹੁੰਦੇ ਆ, ਜਿਹਦੇ ਤੇ ਉਹਨਾਂ ਦੇ 6-6 ਫੁੱਟ ਚੌੜੇ ਜਿਹੜੇ ਰਾਊਂਡ ਟੇਬਲ ਹੈ, ਉੱਥੇ 2-2 ਜਾਂ 4-4 ਬੱਚਿਆਂ ਨੂੰ ਬਿਠਾ ਕੇ ਅਸੀਂ ਸਟੱਡੀ ਨਹੀਂ ਕਰਾ ਸਕਦੇ ਸੀ? ਉਹਨਾਂ ਕੋਲ ਵਧੀਆ ਪ੍ਰੈਕਟੀਕਲੀ, ਮੈਨੂੰ ਪਤਾ ਨਹੀਂ ਹੋ ਸਕਦਾ ਕਿ ਨਹੀਂ ਹੋ ਸਕਦਾ, ਪਰ ਇੱਕ ਤੁਸੀਂ ਜਨਤਾ ਨਾਲ ਬੈਠ ਕੇ ਉਹਨਾਂ ਦੇ ਮੁੱਦੇ ਦੇ ਵਿਚਾਰ ਤਾਂ ਕਰੋ, ਕੋਈ ਸੁਝਾਅ ਦਿਓ ਆਪਣੀ ਮਿਨਿਸਟਰੀ ਨੂੰ, ਕੀ ਪਤਾ ਉਹਦੇ ਵਿੱਚੋਂ ਕੋਈ ਸੋਲੂਸ਼ਨ ਨਿਕਲ ਆਵੇ। ਪਰ ਸਿਰਫ ਇਹੀ ਕਹਿ ਦੇਣਾ ਕਿ ਹਾਂਜੀ ਅਸੀਂ ਇਹਨਾਂ ਨੂੰ ਮਿਲਣਾ ਨਹੀਂ, ਇਹਨਾਂ ਦਾ ਮੁੱਦਾ ਜਿਹੜਾ ਅਸੀਂ ਇਹਨੂੰ ਨਹੀਂ ਹੱਲ ਕਰ ਸਕਦੇ, ਡਾਕਟਰ ਬੋਨੀ ਹੈਨਰੀ ਦੇ ਆਫਿਸ ਦੇ ਉੱਤੇ ਥੋਪ ਦੇਣਾ, ਇਹ ਵੀ ਗਲਤ। ਕੀ ਡਾਕਟਰ ਬੋਨੀ ਹੈਨਰੀ ਦੇ ਫੈਸਲੇ ਠੀਕ ਸੀ ਜਿਹੜੇ ਸਾਇੰਟੀਫਿਕ ਬੇਸ ਤੇ ਸੀ, ਜਾਂ ਤੁਹਾਨੂੰ ਉਹਦੇ ਪਿੱਛੇ ਵੀ ਕੋਈ ਇਤਰਾਜ਼? ਨਹੀਂ, ਐਬਸੋਲੂਟਲੀ ਡਾਕਟਰ ਬੋਨੀ ਹੈਨਰੀ ਇਜ਼ ਡੂਇੰਗ ਐਕਸੀਲੈਂਟ ਵੰਡਰਫੁਲ ਜੌਬ। ਮੈਂ ਸਿਰਫ ਇੰਨਾ ਹੀ ਯਕੀਨ ਨਹੀਂ ਕਰਦਾ ਵੀ ਡਾਕਟਰ ਬੋਨੀ ਹੈਨਰੀ ਨੂੰ ਸਾਰੇ ਜਿਹੜੇ ਉਹਦੇ ਡਿਸੀਜਨ ਆਪ ਕਰਨ ਦੇ ਰਹੀ ਹੈ ਸਰਕਾਰ, ਕਿਤੇ ਨਾ ਕਿਤੇ ਡਾਕਟਰ ਬੋਨੀ ਹੈਨਰੀ ਤੇ ਵੀ ਪ੍ਰੈਸ਼ਰ ਪਾਇਆ ਗਿਆ ਕੁਝ ਜਿਹੜੇ ਡਿਸੀਜਨਸ ਦੇ ਵਿੱਚ, ਸਪੈਸ਼ਲੀ ਸਕੂਲਾਂ ਨੂੰ ਫੁੱਲ ਫਲੈਸ਼ਡ ਕਪੈਸਿਟੀ ਦੇ ਉੱਤੇ ਖੋਲ੍ਹਣ ਨੂੰ, ਤੇ ਨਾਲ ਦੀ ਨਾਲ ਜਿਹੜੇ ਇਹ ਇਲੈਕਸ਼ਨ ਜਿਹੜੇ ਕਾਲ ਹੋਏ ਉਹਦੇ ਵਿੱਚ। ਟੈਕਸੀ ਇੰਡਸਟਰੀ ਦਾ ਇੱਕ ਬਹੁਤ ਵੱਡਾ ਮੁੱਦਾ ਆ। ਮੈਂ ਇਹਨਾਂ ਨਾਲ ਮੁਕੰਮਲ ਤੌਰ ਤੇ ਡਿਸਐਗਰੀ ਕਰਦਾ। ਦੇਖੋ, ਦੋਸ਼ ਲਾਉਣੇ ਬਹੁਤ ਸੌਖੇ ਹੁੰਦੇ ਆ ਜੀ। ਇਹ ਇਲੈਕਸ਼ਨ ਹੋ ਰਹੀ ਹੈ, ਇਲੈਕਸ਼ਨ ਦੇ ਵਿੱਚ ਲੋਕ ਵਾਚ ਕਰ ਰਹੇ। ਮੈਨੂੰ 16 ਸਾਲ ਹੋ ਗਏ ਸਫ਼ਰ 'ਚ ਆਏ ਨੂੰ। ਜੀ ਜੀ ਜੀ। ਤੇ ਲੋਕਾਂ ਨੇ ਵਾਚ ਕਰਨਾ, ਵਾਚ ਕਰਕੇ ਫੈਸਲਾ ਵੀ ਕਰਨਾ ਲੋਕਾਂ ਨੇ। ਬਿਲਕੁਲ। ਇਹ ਕਹਿਣਾ ਇਹਨਾਂ ਦਾ ਕਿ ਵੀ ਇਹ ਮਿਲੇ ਨਹੀਂ, ਮੇਰਾ ਸੈੱਲ ਨੰਬਰ ਜੀ ਸਾਰੇ ਸ਼ਹਿਰ ਕੋਲੇ ਅੱਜ ਵੀ ਦੇ ਦਿੰਦਾ। ਉੱਥੇ ਸਾਡੇ 2 ਮੀਟਿੰਗਾਂ ਹੋਈਆਂ, 2 ਮੀਟਿੰਗਾਂ ਸਾਡੇ 5 ਨੁਮਾਇੰਦੇ ਗਏ। ਇਹ ਬਿਲਕੁਲ ਝੂਠ ਹੈ। ਮੈਂ ਝੂਠ ਸ਼ਬਦ ਵੱਲ ਤੋਂ ਬਹੁਤ ਕਰੇਜ਼ ਕਰਦਾ, ਪਰ ਮੈਂ ਕਹਿ ਰਿਹਾ ਜੀ ਇਹ ਬਿਲਕੁਲ ਝੂਠ ਹੈ ਵੀ ਮਿਲੇ ਨਹੀਂ। ਉੱਥੇ 2 ਨੁਮਾਇੰਦੇ ਸਾਡੇ ਗਏ, 5 ਨੁਮਾਇੰਦੇ ਸਾਡੇ ਉੱਥੇ ਪਹੁੰਚੇ ਹੈ, ਗੱਲਬਾਤ ਉਹਨਾਂ ਨਾਲ ਹੋਈ ਹੈ। ਔਰ ਉਸ ਤੋਂ ਬਾਅਦ ਅਸੀਂ ਆ ਕੇ ਮੀਟਿੰਗਾਂ ਕੀਤੀਆਂ, ਅਸੀਂ ਮਿਨਿਸਟਰ ਨਾਲ ਵੀ ਮੀਟਿੰਗ ਕੀਤੀ ਹੈ। ਕਰਨ ਤੋਂ ਬਾਅਦ ਅਸੀਂ ਇਸ ਵੇਲੇ ਜਿਹੜਾ ਸਾਡਾ ਇੱਕ ਬੰਦਾ, ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇੱਕ MLA ਉਹਨਾਂ ਨੂੰ ਦਿੱਤਾ ਗਿਆ ਵੀ ਤੁਸੀਂ ਆਹ MLA ਦੇ ਨਾਲ ਲਗਾਤਾਰ ਕੰਟੈਕਟ ਕਰਕੇ ਆਪਣੀ ਗੱਲਬਾਤ ਕਰਕੇ ਜੋ ਵੀ ਹੈਗੀ ਹੈ ਆਪਾਂ ਅੱਗੇ ਤੁਰਨ ਵਾਸਤੇ ਹੋ ਸਕਦਾ ਉਹ ਤੁਸੀਂ ਗੱਲਬਾਤ ਕਰੋ ਜੀ। ਸੋ ਇਹ ਗੱਲ ਕਹਿਣੀ ਬਿਲਕੁਲ ਗਲਤ ਹੈ ਕਿ ਉਹਨਾਂ ਨੂੰ ਕੋਈ ਮਿਲਿਆ ਨਹੀਂ। ਅਸੀਂ ਤਾਂ ਜਿਹੜਾ ਸਾਡਾ ਤਾਂ ਅੱਧੇ ਸ਼ਹਿਰ, ਅੱਧੇ ਸਿਟੀ ਕੋਲ ਸਾਡੇ ਸੈੱਲ ਨੰਬਰ ਨੇਗੇ, ਜਦੋਂ ਫੋਨ ਕਰਕੇ ਅਸੀਂ ਅੱਧੀ ਰਾਤ 'ਤੇ ਫੋਨ ਚੱਕਦੇ ਹਾਂ। ਸੋ ਜੇ ਤੁਸੀਂ ਮੇਰੇ ਤੇ ਇਹ ਗੱਲ ਕਰੋ ਜਾਂ ਹੋਰ ਮੇਰੇ ਮੈਂਬਰਾਂ ਦੇ ਉੱਤੇ ਵੀ ਅਸੀਂ ਐਕਸੈਸਿਬਲ ਨਹੀਂ ਗਏ, ਸਾਡੇ ਤਾਂ ਦਰਵਾਜ਼ੇ ਖੁੱਲ੍ਹੇ 24 ਘੰਟੇ ਅਸੀਂ ਮਿਲਦੇ ਹਾਂ ਲੋਕਾਂ ਨੂੰ। ਹਾਂ, ਕਿਸੇ ਦਾ ਮਸਲਾ ਹੱਲ ਹੁੰਦਾ, ਕਿਸੇ ਦਾ ਨਹੀਂ ਵੀ ਮਸਲਾ ਹੱਲ ਹੁੰਦਾ। ਇਹ ਡਾਕਟਰ ਬੋਨੀ ਹੈਨਰੀ ਦਾ ਫੈਸਲਾ ਹੈ ਔਰ ਅਸੀਂ ਇਸ ਸੂਬੇ ਨੂੰ ਬਚਾ ਤਾਂ ਹੀ ਸਕਦੇ ਹਾਂ ਜੇ ਅਸੀਂ ਡਾਕਟਰ ਬੋਨੀ ਹੈਨਰੀ ਜਿਹੜੀ ਸਾਇੰਟੀਫਿਕ ਬੇਸਡ ਐਵੀਡੈਂਸ ਬਣਾਉਂਦੀ ਹੈ, ਲੋਕਾਂ ਦੀ ਸੇਫਟੀ ਨੂੰ ਮੁੱਖ ਰੱਖ ਕੇ ਉਹਦਾ ਸਤਿਕਾਰ ਕਰੀਏ। ਜੇ BC ਲਿਬਰਲ ਚਾਹੁੰਦੀ ਹੈ ਵੀ ਫੈਸਲੇ ਬਦਲਣੇ, ਉਹਦੇ ਤਾਂ ਇਹ ਲੋਕਾਂ ਨੂੰ ਦੱਸਣ ਵੀ ਅਸੀਂ ਬਦਲਾਂਗੇ ਫੈਸਲੇ। ਬਰਾੜ ਸਾਹਿਬ ਉਹ ਤਾਂ ਕਿਹਾ ਹੀ ਨਹੀਂ। ਮੈਂ ਤਾਂ ਕਹਿ ਰਿਹਾ ਡਾਕਟਰ ਬੋਨੀ ਹੈਨਰੀ ਦਾ ਫੈਸਲਾ ਸਿਰ ਮੱਥੇ। ਕਿਹਾ ਵੀ ਦਖਲਅੰਦਾਜ਼ੀ ਕੀਤੀ ਹੋਣੀ, ਤੁਸੀਂ ਇਹ ਗੱਲ ਕਹੀ ਹੈ। ਜੇ ਉਹਦੇ ਤੇ ਪ੍ਰੈਸ਼ਰ ਨਾ ਪਾਓ। ਪ੍ਰੈਸ਼ਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ, ਪ੍ਰੀਮੀਅਰ ਨੇ ਸਪਸ਼ਟ ਕਿਹਾ ਵੀ ਅਸੀਂ ਫੈਸਲਾ ਕੋਈ ਚੇਂਜ ਕਰਨਾ ਹੀ ਨਹੀਂਗਾ। ਮੈਂ ਪਹਿਲਾਂ ਕਿਹਾ। ਥੈਂ ਸਾਹਿਬ, ਟੈਕਸੀ ਇੰਡਸਟਰੀ ਬੜੀ ਨਾਰਾਜ਼ ਆ NDP ਤੋਂ, ਅਸੀਂ ਇਹ ਦੇਖਿਆ। ਕੀ ਉਹ ਵਿਚਾਰਿਆਂ ਦੇ ਨਾਲ ਇਹ ਫੈਸਲਾ ਆਉਣਾ ਹੀ ਸੀ ਉਬਰ ਵਾਲਾ, ਜਾਂ ਹੋਣਾ ਹੀ ਸੀ ਉੱਥੇ ਲਿਬਰਲ ਹੁੰਦੀ ਜਾਂ NDP ਹੁੰਦੀ, ਜਾਂ ਤੁਸੀਂ ਉਹਨਾਂ ਦੇ ਨਾਲ ਕੁਝ, ਤੁਹਾਡਾ ਕੀ ਸਟੈਂਡ ਆ ਵੀ ਉਹਨਾਂ ਨਾਲ ਕੀ ਅਜੇ ਕੁਝ ਹੋ ਸਕਦਾ, ਜਾਂ ਜੇ ਤੁਸੀਂ ਪਿਛਲੀ ਵਾਰੀ ਜਿੱਤ ਜਾਂਦੇ ਤਾਂ ਕੀ ਇਹ ਉਬਰ ਤੇ ਲਿਫਟ ਨਾ ਆਉਂਦੀਆਂ? ਮੈਨੂੰ ਲੱਗਦਾ ਨਹੀਂ ਤੁਸੀਂ ਉਬਰ ਜਾਂ ਲਿਫਟ ਨੂੰ ਸਟਾਪ ਕਰ ਸਕਦੇ ਸੀ ਆਉਣ ਤੋਂ। ਇੱਕ ਮਲਟੀਨੈਸ਼ਨਲ ਕੰਪਨੀ ਹੈਗੀ ਆ, ਬਹੁਤ ਹੀ ਵੱਡਾ ਉਹਨਾਂ ਦਾ ਨੈਟਵਰਕ ਹੈਗਾ, ਜਿਹੜੇ ਉਹਨਾਂ ਦਾ ਲਾਅ ਸਿਸਟਮ ਹੈਗਾ, ਜਿਹੜੇ ਉਹਨਾਂ ਦੇ ਆਪਣੇ ਵਕੀਲ ਹੈਗੇ ਆ, ਉਹ ਬਿਲੀਅਨਸ ਆਫ ਡਾਲਰਸ ਦੀ ਕੰਪਨੀ ਹੈਗੀ ਆ। ਉਹਨਾਂ ਨੂੰ ਰੋਕਣਾ ਬਹੁਤ ਮੁਸ਼ਕਿਲ ਸੀਗਾ ਕਿਸੇ ਵੀ ਸਰਕਾਰ ਲਈ। ਐਸੇ ਲਈ ਜਿਹੜੇ ਲਿਬਰਲ ਗਵਰਨਮੈਂਟ ਨੇ ਕਿਹਾ ਵੀ ਓਕੇ, ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ, ਪਰ ਇਹਨਾਂ ਦੇ ਥੋੜੇ ਡਿਫਰੈਂਟ ਸੋਲਿਊਸ਼ਨਸ ਅਸੀਂ ਟਰਾਈ ਕਰ ਸਕਦੇ ਆ ਲੱਭਣ ਲਈ। ਪਰ NDP ਸਰਕਾਰ ਨੇ ਝੰਡਾ ਚੱਕ ਲਿਆ ਜੀ, ਨਹੀਂ ਜੀ ਅਸੀਂ ਉਬਰ ਨਹੀਂ ਆਉਣ ਦੇਵਾਂਗੇ, ਅਸੀਂ ਇੱਥੇ ਲਿਫਟ ਨਹੀਂ ਆਉਣ ਦੇਵਾਂਗੇ।
ਤੇ ਉਸੇ ਹੀ ਜਿਹੜੀ ਇਹਨਾਂ ਦੇ ਝੰਡੇ ਦੇ ਬੈਨਰ ਦੇ ਅੰਡਰ ਸਾਰੀ ਟੈਕਸੀ ਇੰਡਸਟਰੀ ਨੇ, ਤੁਹਾਡੇ ਚੈਨਲ ਦੇ ਉੱਤੇ ਮੈਂ ਕੱਲ ਹੀ ਦੇਖ ਰਿਹਾ ਸੀਗਾ ਇੱਥੇ ਸਟੇਟਮੈਂਟਸ, ਕਾਫੀ ਜਣੇ ਇੱਥੇ ਜਿਹੜੇ ਉਹ ਟੈਕਸੀ ਓਨਰਸ, ਆਪਰੇਟਰਸ, ਈਵਨ ਕੰਪਨੀਆਂ ਦੇ ਮਾਲਕ ਵੀ ਆਏ, ਉਹਨਾਂ ਨੇ ਸਾਰਿਆਂ ਨੇ ਇਹੀ ਜਿਹੜੀ ਆਪਣੀ ਸਟੇਟਮੈਂਟ ਦਿੱਤੀ। ਬੰਦਿਆਂ ਨੇ ਡੋਰ ਟੂ ਡੋਰ ਜਾ ਕੇ ਇਹਨਾਂ ਲਈ ਕੈਂਪੇਨ ਕੀਤੀ, ਸਿਰਫ ਇਸ ਲਈ ਵੀ ਇਹ ਊਬਰ ਨਹੀਂ ਆਉਣ ਦੇਣਗੇ। ਪਰ ਹੋਇਆ ਕਿ ਊਬਰ ਤਾਂ ਕੁਝ ਹਫ਼ਤੇ ਨਹੀਂ ਪੈਣ ਦਿੱਤੇ ਐਨਡੀਪੀ ਸਰਕਾਰ ਨੇ, ਤੇ ਊਬਰ ਆ ਗਈ। ਸੋ ਇਹਨੂੰ ਵੀ ਮੈਂ ਬਟਰੇਅਲ ਹੀ ਕਹਾਂਗਾ ਜੀ। ਬਰਾੜ ਸਾਹਿਬ, ਬਹੁਤ ਇਤਰਾਜ਼ ਆ ਤੁਹਾਡੇ ਤੇ ਟੈਕਸੀ ਵਾਲਿਆਂ ਦਾ, ਮਤਲਬ ਉਹ 2 ਵਾਰੀ ਆ ਕੇ ਕਹਿ ਗਏ ਵੀ ਅਸੀਂ ਬਹੁਤ ਕੀਤਾ, ਹੈਗੇ ਵੀ ਅਸੀਂ ਐਨਡੀਪੀ ਨੇ, ਰਹਿਣਾ ਵੀ ਆ, ਪਰ ਤੁਹਾਡੇ ਨਾਲ ਗਿਲਾ ਬਹੁਤ ਆ ਉਹਨਾਂ ਦਾ। ਦੇਖੋ ਜੀ, ਟੈਕਸੀ ਇੰਡਸਟਰੀ ਜਿਹੜੀ ਹੈਗੀ ਆ, ਉਹਦੇ ਜਿਹੜੇ ਕੰਮ ਕਰਦੇ ਲੋਕ ਨੇ, ਉਹਨਾਂ ਦੀ ਜੌਬ ਨੂੰ ਸੇਵ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਪਾਸੇ ਜਿਹੜੀ $100 ਬਿਲੀਅਨ ਦੀ ਕਾਰਪੋਰੇਸ਼ਨ ਆ, ਦੂਜੇ ਪਾਸੇ ਜਿਹੜੇ ਆਮ ਛੋਟਾ ਬਿਜ਼ਨਸਮੈਨ ਹੈਗਾ, ਅਸੀਂ ਮੁਕੰਮਲ ਤੌਰ ਤੇ ਵਚਨਬੱਧ ਆ ਉਹਨਾਂ ਨੂੰ ਸਪੋਰਟ ਕਰਨ ਵਾਸਤੇ। ਪਰ ਮੈਂ ਇਹ ਗੱਲ ਤੁਹਾਨੂੰ ਦੱਸ ਦਿਆਂ, ਜੇ ਜਦੋਂ 2017 ਦੇ ਵਿੱਚ ਇਲੈਕਸ਼ਨ ਹੋਈ ਹੈ ਜੀ, ਮਈ ਦੇ ਵਿੱਚ, ਜੇ ਇਲੈਕਸ਼ਨ ਲਿਬਰਲ ਪਾਰਟੀ ਜਿੱਤ ਜਾਂਦੀ ਤਾਂ ਟੈਕਸੀ ਇੰਡਸਟਰੀ ਦੀ ਮੌਤ ਜਿਹੜੀ ਹੈਗੀ ਆ ਉਹ ਦਸੰਬਰ ਦੇ ਵਿੱਚ ਹੋ ਜਾਣੀ ਸੀ। ਕਿਉਂਕਿ ਇਹਨਾਂ ਨੇ ਕਲਾਸ 5 ਲਾਇਸੈਂਸ ਉਦੋਂ ਜਿਹੜਾ ਵਾਅਦਾ ਕੀਤਾ ਸੀ, ਅੱਜ ਵੀ ਇਹਨਾਂ ਦਾ ਉਹੀ ਹੈ ਕਿ ਕਲਾਸ 5 ਕਰਕੇ ਅਸੀਂ ਟੋਟਲ ਡੀਰੈਗੂਲੇਸ਼ਨ ਕਰ ਦੇਣਾ। ਕਲਾਸ 5 ਦਾ ਮਤਲਬ ਹੈ ਵੀ ਕੋਈ ਵੀ ਜਿਹੜਾ ਉਹ ਚਲਾ ਸਕਦਾ ਟੈਕਸੀ ਨੂੰ, ਇਹ ਵਾਅਦਾ ਸੀ ਉਦੋਂ ਬਾਅਦ। ਹੁਣ ਵੀ ਜਿਹੜੇ ਜੈਸ ਜੌਲ ਨੇ ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਨਹੀਂ, ਕੋਈ ਮੇਰੇ ਖਿਆਲ 100 ਵਾਰੀ ਬੋਲੇ ਆ ਕਿ ਖਤਮ ਕਰੋ ਕਲਾਸ 5 ਲਾਇਸੈਂਸ ਜਿਹੜੇ ਹੈਗੇ ਉਹ ਚਲਾਓ, ਤੇ ਜਿਹੜਾ ਹੈਗਾ ਉਹ ਚੱਲਣੇ ਚਾਹੀਦੇ ਆ। ਉਹਦਾ ਮਤਲਬ ਜਿਹੜਾ ਕਲਾਸ 5 ਦਾ ਮਤਲਬ ਇਹ ਹੈ, ਉਹਦੇ ਮਤਲਬ ਦੇ ਨਾਲ ਕਿ ਜਿਹੜੀ ਟੈਕਸੀ ਇੰਡਸਟਰੀ ਉਹ ਖਤਮ ਹੋ ਜਾਣੀ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਜਿਹੜੇ ਪ੍ਰਾਈਵੇਟ ਪਾਰਟ ਟਾਈਮ ਜੌਬ ਕਰ ਸਕਦੇ ਆ। ਅਸੀਂ ਡਿਫਰੈਂਟ ਅਪਰੋਚ ਜਿਹੜੀ ਲਈ ਹੈ, ਅਸੀਂ ਕਿਹਾ ਵੀ ਲੈਵਲ ਪਲੇਇੰਗ ਫੀਲਡ ਤੇ ਆਉਣੀ ਚਾਹੀਦੀ ਹੈ। ਉਹਦੇ 'ਚ ਪਹਿਲਾ ਕੰਮ ਅਸੀਂ ਇਹ ਕੀਤਾ ਕਿ ਉਹਨਾਂ ਜਿਹੜਾ ਮੰਗ ਸੀਗੀ ਕਲਾਸ 4 ਲਾਇਸੈਂਸ ਜਿਹੜਾ ਲਾਗੂ ਕਰੋ, ਜਿਹੜਾ ਹੁਣ ਟੈਕਸੀ ਲੈਣ ਵਾਸਤੇ ਹੁੰਦਾ, ਉਹ ਕਲਾਸ 4 ਲਾਇਸੈਂਸ BC ਦੇ ਵਿੱਚ ਲਾਗੂ ਹੈ ਜੀ। ਫਿਰ ਉਹਨਾਂ ਨੇ ਕਿਹਾ ਵੀ ਇੰਸ਼ੋਰੈਂਸ ਬਰਾਬਰ ਕਰੋ। ਅਸੀਂ ਇੰਸ਼ੋਰੈਂਸ ਬਰਾਬਰ ਕੀਤੇ, ਉਹ ਥੋੜ੍ਹੇ ਬਹੁਤੇ ਕੁਐਸਚਨ ਹੈਗੇ, ਪਰ ਇੰਸ਼ੋਰੈਂਸ ਦੋਨਾਂ ਦੀ ਕਿਲੋਮੀਟਰ 'ਤੇ ਕਰ ਦਿੱਤੀ ਗਈ ਹੈ। ਫਿਰ ਉਹਨਾਂ ਨੇ ਕਿਹਾ ਵੀ ਸਾਰਿਆਂ ਦੇ ਪੁਲਿਸ ਚੈੱਕ ਹੋਣੇ ਚਾਹੀਦੇ, ਕਿਉਂਕਿ ਊਬਰ ਦੇ ਵਿੱਚ ਬਹੁਤ ਸਾਰੀਆਂ ਜੁਰਿਸਡਿਕਸ਼ਨ ਦੇ ਵਿੱਚ ਕੋਈ ਪੁਲਿਸ ਚੈੱਕ ਨਹੀਂ ਹੁੰਦਾ। ਤੁਸੀਂ ਇੰਟਰਨੈਟ 'ਤੇ ਜਾ ਕੇ ਐਂਟਰ ਕਰੋ, ਚਲਾਉਣ ਲੱਗ ਜਾਓ, ਪੁਲਿਸ ਚੈੱਕ ਉਹਦਾ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੀ ਹੈਗੀ ਆ, ਕਿਉਂਕਿ ਊਬਰ ਤੇ ਲਿਫਟ ਜਿਹੜੇ ਹੈਗੇ ਆ, ਉਹ ਜਿਹੜੇ ਡਿਸੇਬਲ ਲੋਕਾਂ ਵਾਸਤੇ ਕਾਰ ਨਹੀਂ ਚਲਾਉਂਦੇ ਔਰ ਟੈਕਸੀ ਚਲਾਉਂਦੀ, ਉਹਨਾਂ ਤੇ ਟੈਕਸ ਲਾਇਆ ਗਿਆ। ਜਿਹੜੇ ਟੈਕਸ ਦੇ ਪੈਸੇ ਇਕੱਠੇ ਕਰਕੇ ਟੈਕਸੀ ਨੂੰ ਦਿੱਤੇ ਜਾਣਗੇ, ਉਹ ਵੀ ਕੀਤਾ। ਬਰਾੜ ਸਾਹਿਬ, ਉਹਨਾਂ ਨਾਲ ਕੋਈ ਕਮਿਊਨੀਕੇਸ਼ਨ ਗੈਪ ਰਿਹਾ? ਉਹਨਾਂ ਦਾ ਇਤਰਾਜ਼ ਬਹੁਤ ਸਖਤ ਆ ਤੁਹਾਡੇ ਤੇ। ਜਾਂ ਤਾਂ ਉਹ ਬੰਦੇ ਥੋੜੇ ਆ, ਤੁਸੀਂ ਉਹਨਾਂ ਨੂੰ ਇਗਨੋਰ ਕਰਦੇ ਆ, ਜਾਂ ਉਹ ਕਹਿੰਦੇ ਹੈਗੇ ਅਸੀਂ ਉਹਨਾਂ ਦੇ ਆ, ਕੰਮ ਅਸੀਂ ਉਹਨਾਂ ਲਈ ਕੀਤਾ, ਪਰ ਹੁਣ ਅਸੀਂ ਉਹਨਾਂ ਨਾਲ ਨਹੀਂ। ਲਗਾਤਾਰ ਸਾਡਾ ਉਹਨਾਂ ਨਾਲ ਸੰਪਰਕ ਹੈ ਜੀ। ਪਰ ਮੈਂ ਜਿਹੜੀ ਤੁਹਾਨੂੰ ਗੱਲ ਦੱਸਦਾ, ਅੱਜ ਵੀ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਜੇ ਕਿਤੇ ਰੈਗੂਲੇਸ਼ਨਸ ਹੈਗੀਆਂ ਟੈਕਸੀ ਇੰਡਸਟਰੀ ਨੂੰ ਬਚਾਉਣ ਵਾਸਤੇ ਬੈਸਟ, ਉਹ BC ਦੇ ਵਿੱਚ ਨੇ। ਜੇ ਉਹ ਖਤਮ ਹੋਣੀ ਹੈ ਤਾਂ ਲਿਬਰਲ ਪਾਰਟੀ ਦੇ ਆਉਣ ਤੇ ਖਤਮ ਹੋਣੀ। ਹਾਂ, 2 ਮਸਲੇ ਉਹਨਾਂ ਦੇ ਜਿਹੜੇ ਹੈਗੇ ਹਲੇ ਬੜੇ ਸੰਜੀਦਾ ਮਸਲੇ ਨੇ, ਉਹ ਖਤਮ ਨਹੀਂ ਹੋਏ, ਚੱਲ ਰਹੇ ਆ। ਇੱਕ ਮਸਲਾ ਹੈਗਾ ਬਾਉਂਡਰੀ ਦਾ, ਉਹਨਾਂ ਮਸਲਾ ਹੈ ਬੜਾ ਗੰਭੀਰ ਮਸਲਾ ਹੈ। ਉਹ ਟੈਕਸੀ ਇੰਡਸਟਰੀ ਦੇ ਪਰਿਵਾਰ ਦਾ ਅੰਦਰ ਦਾ ਮਸਲਾ ਹੈ। ਜਿਹੜੀ BC ਟੈਕਸੀ ਐਸੋਸੀਏਸ਼ਨ ਹੈ, ਜਿਹੜੀ BC ਦੇ ਇੱਧਰਲੇ ਪਾਸੇ ਸਰੀ ਡੈਲਟਾ ਦੇ ਆਪਣਾ ਲੋਕਾਂ ਨੂੰ ਰੈਪਰੈਜ਼ੈਂਟ ਕਰਦੀ ਹੈ, ਉਹ ਕਹਿੰਦੀ ਹੈ ਵੀ ਉਹ ਖੁੱਲ੍ਹੀ ਹੋਣੀ ਚਾਹੀਦੀ ਹੈ ਜਿਹੜੀ ਬਾਉਂਡਰੀ ਵੈਨਕੂਵਰ ਦੀ। ਵੈਨਕੂਵਰ ਟੈਕਸੀ ਐਸੋਸੀਏਸ਼ਨ ਕਹਿੰਦੀ ਹੈ ਵੀ ਵੈਨਕੂਵਰ ਦੀ ਜਿਹੜੀ ਸਾਡੀ ਬਾਉਂਡਰੀ ਹੈ ਇਹ ਖੁੱਲ੍ਹਣੀ ਨਹੀਂ ਚਾਹੀਦੀ। ਉਹ ਇਹਨਾਂ ਦੀ ਪਰਿਵਾਰਕ ਲੜਾਈ ਹੈ। ਜੇ ਉਹਨੂੰ ਖੋਲ੍ਹਦੇ ਆ ਤਾਂ ਉਹ ਗੁੱਸੇ ਹੁੰਦੇ, ਜੇ ਨਹੀਂ ਖੋਲ੍ਹਦੇ ਤਾਂ ਇਹ ਗੁੱਸੇ ਹੁੰਦੇ ਆ। ਸੋ ਇਹ ਪਰਿਵਾਰਕ ਲੜਾਈ ਹੈ। ਹੋਪਫੁਲੀ ਉਹ ਆਪਣੀ ਲੜਾਈ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕਰ ਸਕਦੇ ਆ। ਦੂਜੀ ਜਿਹੜੀ ਹੈਗੀ ਜੀ ਕੈਪ ਦੀ ਜਿਹੜੀ ਗੱਲ ਹੈਗੀ, ਜਿਹਦੇ ਕਰਕੇ ਜਿਹੜੀ ਟੈਕਸੀ ਇੰਡਸਟਰੀ ਦੀ ਜਿਹੜੀ ਮੈਂ ਸਮਝਦਾ ਵੀ ਜਿਹੜੀ ਬਚਤ ਹੋਣੀ ਨਵੇਂ ਸਮੇਂ ਦੇ ਵਿੱਚ, ਉਹ ਇਹ ਹੈਗਾ ਕਿ ਜੇ ਊਬਰ ਨੂੰ ਜਾਂ ਲਿਫਟ ਨੂੰ ਅਸੀਂ ਕਲਾਸ 5 ਲਾਇਸੈਂਸ ਦੇ ਦਈਏ ਤਾਂ ਇੱਥੇ 20, 25, 30 ਹਜ਼ਾਰ ਕਾਰਾਂ ਆ ਸਕਦੀਆਂ, ਤੇ ਇਹ ਪਾਰਟ ਟਾਈਮ ਜੌਬ ਬਣ ਜਾਊਗੀ, ਟੈਕਸੀ ਨੇ ਬਚਣਾ ਨਹੀਂਗਾ ਜੀ। ਹੁਣ ਅਸੀਂ ਜਿਹੜੀ ਕੈਪ ਦੀ ਗੱਲ ਹੈਗੀ ਹੈ ਵੀ ਇਹ ਉਨੀਆਂ ਕੁ ਟੈਕਸੀਆਂ ਹੋਣ, ਉਨੀਆਂ ਕੀ ਜਿਹੜੀਆਂ ਰਾਈਡ ਹੇਲਿੰਗ ਹੋਣ, ਉਹ ਅਸੀਂ ਜਿਹੜਾ ਇੱਕ ਇੰਡੀਪੈਂਡੈਂਟ ਬੋਡੀ ਹੈ PTV ਬੋਰਡ ਨੂੰ ਦਿੱਤਾ, ਉਹਨਾਂ ਨੇ ਡੇਟਾ ਬੇਸ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਕਰਨਾ। ਇਹ 2 ਮੁੱਦੇ ਹਲੇ ਬਾਕੀ ਨੇ, ਬਾਕੀ ਮੁੱਦਿਆਂ ਦੇ ਉੱਤੇ ਅਸੀਂ ਸਰਕਾਰ ਤੇ ਜ਼ੋਰ ਪਾ ਕੇ ਉਹ ਕੰਮ ਕਰਵਾਇਆ। ਬਰਾੜ ਸਾਹਿਬ, ਹਸਪੀਟਲ ਬਾਰੇ ਅਪਡੇਟ ਦਿਓ ਜੀ। ਇਹਦੇ ਬਾਰੇ ਬੜੀਆਂ ਗੱਲਾਂ ਚੱਲੀਆਂ, ਅਨਾਉਂਸ ਤੁਸੀਂ ਕਰਤਾ, ਜਗ੍ਹਾ ਵੀ ਦੱਸ ਦਿੱਤੀ, ਉਹਦੇ ਬਾਰੇ ਬਾਅਦ ਦੇ ਵਿੱਚ ਆ ਕੇ ਵੀ ਇੱਕ ਪੋਲੀਟੀਕਲ ਸਟੇਟਮੈਂਟ ਸੀ। NDP ਕਹਿ ਰਹੀ ਹੈ ਵੀ ਇਹਨੂੰ ਸਮਾਂ ਬਹੁਤ ਲੱਗਣਾ, ਇਹਦਾ ਇੱਕ ਪ੍ਰੋਸੈਸ ਆ, ਪ੍ਰੋਸੈਸ 'ਚੋਂ ਲੰਘ ਕੇ ਹੋਣਾ। ਵਿਰੋਧੀ ਕਹਿ ਰਹੇ ਵੀ ਇਹ ਗੱਲਬਾਤ ਹੈ ਨਹੀਂ, ਕਿਤੇ ਹਵਾ 'ਚ ਹੀ ਲੱਗਦੀ ਹੈ। ਇਲੈਕਸ਼ਨ ਹੈ ਜੀ। ਮੇਰੀ ਆਪਣੀ ਸਮਝ ਮੁਤਾਬਕ ਜਿਹੜਾ ਸਰੀ ਜਿੰਨੀ ਤੇਜ਼ੀ ਨਾਲ ਵਧ ਰਿਹਾ ਸ਼ਹਿਰ ਹੈ ਜੀ, ਸਰੀ ਦੇ ਲੋਕਾਂ ਵਾਸਤੇ ਹਸਪਤਾਲ ਅੱਜ ਤੋਂ 10-15 ਸਾਲ ਪਹਿਲਾਂ ਬਣਨਾ ਚਾਹੀਦਾ, ਸੈਕੰਡ ਹਸਪਤਾਲ ਜੀ, ਅੱਜ ਤੋਂ 15 ਸਾਲ। ਪਰ ਹਕੀਕਤ ਇਹ ਹੈ, ਪੁਰਾਣੀ NDP ਸਰਕਾਰ ਨੇ 25 ਸਾਲ ਪਹਿਲਾਂ ਜਿਹੜਾ ਬੱਚਾ ਉਦੋਂ ਪੈਦਾ ਹੋਇਆ ਨਾ, ਜਵਾਨ ਹੋ ਗਿਆ, 25 ਸਾਲ ਪਹਿਲਾਂ ਜ਼ਮੀਨ ਲਈ ਹਾਈਵੇ ਨੰਬਰ 10 ਤੇ 152 ਦੇ ਉੱਤੇ ਨਵਾਂ ਹਸਪਤਾਲ ਬਣਾਉਣ ਵਾਸਤੇ। ਉਸ ਤੋਂ ਬਾਅਦ ਸਰਕਾਰ ਹਰ ਗਈ, ਲਿਬਰਲ ਨੇ ਟੇਕ ਓਵਰ ਕਰ ਲਿਆ। 16 ਸਾਲ ਰਹੀ ਪਾਵਰ ਦੇ ਵਿੱਚ। 2 ਵਾਰੀ ਗਾਰਡਨ ਕੈਂਪਬੈਲ ਇਹਨਾਂ ਦੇ ਪ੍ਰੀਮੀਅਰ ਨੇ ਉੱਥੇ ਖੜੇ ਜਾ ਕੇ
ਉਸ ਜਿਹੜੇ ਲਾਟ ਦੇ ਉੱਤੇ ਖੜ ਕੇ ਐਲਾਨ ਕੀਤਾ ਵੀ ਇੱਥੇ ਹਸਪਤਾਲ ਬਣਾਇਆ ਜਾਊਗਾ 2 ਵਾਰੀ। ਔਰ ਉਸ ਤੋਂ ਬਾਅਦ ਕੀ ਹੋਇਆ, ਐਂਡਰੂ ਵਿਲਕਨ ਸਾਹਿਬ ਜਿਹੜੇ ਹੁਣ ਲੀਡਰ ਨੇ, ਇਹ ਮਿਨਿਸਟਰ ਸੀਗੇ ਉਸ ਆਪਣੇ ਮਹਿਕਮੇ ਦੇ, ਇਹਨਾਂ ਨੇ ਉਹ ਜ਼ਮੀਨ ਵੇਚੀ ਕਿਹਨੂੰ, ਜਿਹੜਾ ਲਿਬਰਲ ਪਾਰਟੀ ਦਾ ਡੋਨੇਟ ਕਰਨ ਵਾਲਾ ਡਿਵੈਲਪਰ ਹੈ ਉਸ ਨੂੰ। ਕਿੰਨੇ 'ਚ, ਜਿਹੜੀ ਉਹਦੀ ਅਸੈਸਡ ਵੈਲਿਊ ਸੀ ਉਹ ਤੋਂ $3 ਮਿਲੀਅਨ ਘੱਟ ਦੇ ਵਿੱਚ ਉਹ ਜ਼ਮੀਨ ਵੇਚ ਕੇ ਉੱਥੇ ਹੁਣ ਮਿੰਨੀ ਹਾਲ ਬਣ ਰਹੀ ਹੈ, ਹਸਪਤਾਲ ਨਹੀਂ ਬਣ ਰਿਹਾ। ਅਸੀਂ ਪਾਵਰ ਦੇ ਵਿੱਚ ਆਏ, ਸਾਡੀ ਜਿਹੜੀ ਵਚਨਬੱਧਤਾ ਹੈਗੀ ਹੈ, ਆਉਣ ਸਾਰ ਜਿਹੜੀ ਕਨਸੈਪਟ ਪਲਾਨ ਵਾਸਤੇ 2 ਮਿਲੀਅਨ ਦਿੱਤੇ ਪਹਿਲੇ ਮਹੀਨੇ, ਉਹ ਪਲਾਨ ਬਣੀ। ਉਸ ਤੋਂ ਬਾਅਦ ਉਹਦੇ ਬੇਸ ਦੇ ਉੱਤੇ ਜ਼ਮੀਨ ਅਕਵਾਇਰ ਕੀਤੀ ਗਈ, ਜ਼ਮੀਨ ਅਕਵਾਇਰ ਕਰ ਲਈ ਗਈ ਹੈ। ਉਸ ਤੋਂ ਬਾਅਦ ਜਿਹੜੀ ਬਿਜ਼ਨਸ ਪਲਾਨ, ਜਿਹੜਾ ਨੰਬਰ 3 ਹੁੰਦਾ ਬਿਜ਼ਨਸ ਪਲਾਨ ਜਿਹੜਾ ਬਣਾਉਣ ਵਾਸਤੇ ਕਿਹਾ ਗਿਆ, ਉਹਦੀ ਜਿਹੜੀ ਫੰਡਿੰਗ ਹੈ ਉਹ ਸਾਡੀ ਜਿਹੜੀ ਕੈਪੀਟਲ ਪਲਾਨ ਦੇ ਵਿੱਚ ਫੰਡਿੰਗ ਜਿਹੜੀ ਉਹ ਹੈਗੀ ਹੈ। ਹਸਪਤਾਲ ਜੇ ਜੌਨ ਹੌਰਗਨ ਸਰਕਾਰ ਬਣਦੀ ਹੈ ਜੀ, ਸਰੀ ਦੇ ਵਿੱਚ ਬਣ ਕੇ ਰਹੂਗਾ। ਜੇ ਲਿਬਰਲ ਸਰਕਾਰ ਬਣਦੀ, ਆਈ ਡੋਂਟ ਨੋ ਦਾ ਕੀ ਹੋਣਾ, ਕਿਉਂਕਿ ਪਹਿਲਾਂ ਵੀ ਜ਼ਮੀਨ ਵੇਚੀ ਹੈ ਇਹਨਾਂ ਨੇ, ਇਹ ਜ਼ਮੀਨ ਹੁਣ ਵੀ ਵੇਚ ਸਕਦੇ। ਸਿੰਘ ਸਾਹਿਬ, ਉਹ ਜ਼ਮੀਨ ਵੇਚਣ ਵਾਲਾ ਜਿਹੜਾ ਹਾਈਵੇ 10 ਤੇ 152 ਵਾਲਾ ਮਾਮਲਾ ਹਰ ਵਾਰ ਚੱਕ ਲਿਆ ਜਾਂਦਾ, ਹੁਣ ਸੰਤੁਸ਼ਟ ਹੋ ਤੁਸੀਂ ਜੋ ਕੰਮ ਹਸਪਤਾਲ ਦੇ ਲਈ ਹੋ ਰਿਹਾ, ਜਾਂ ਉੱਤੇ ਇਤਰਾਜ਼ ਹੈ? ਦੇਖੋ, ਹਸਪਤਾਲ ਜਿਹੜਾ ਇਹਨਾਂ ਨੇ ਜਦੋਂ ਪਿਛਲੀ ਵਾਰੀ ਐਨਡੀਪੀ ਸਰਕਾਰ ਆਈ ਹੈ, ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਐਬਸਫੋਰਡ ਦੇ ਵਿੱਚ ਹਸਪਤਾਲ ਬਣਾਵਾਂਗੇ ਜੀ। ਐਬਸਫੋਰਡ ਹਸਪਤਾਲ ਦੀ ਅਨਾਉਂਸਮੈਂਟ 10 ਵਾਰੀ ਹੋਈ ਜੀ, ਕਾਗਜ਼ਾਂ ਦੇ ਵਿੱਚ ਔਨ ਰੈਕਡ ਅਨਾਉਂਸਮੈਂਟ ਆ, ਉਹ ਤੁਸੀਂ ਕੋਈ ਵੀ ਪੁਰਾਣੇ ਡਾਟਾ ਕੱਢ ਕੇ ਦੇਖ ਲਓ। ਉੱਥੇ ਹਸਪੀਟਲ ਨਹੀਂ ਬਣਿਆ ਜਿੰਨੀ ਚਿਰ ਤੱਕ ਇਹ ਸਰਕਾਰ ਦੁਆਰਾ ਰੀ ਇਲੈਕਸ਼ਨ ਦੇ ਵਿੱਚ ਨਹੀਂ ਆਈ। ਸੋ ਉਸ ਤੋਂ ਬਾਅਦ ਇਲੈਕਸ਼ਨ ਤੋਂ ਪਹਿਲਾਂ ਫਿਰ ਇਹਨਾਂ ਨੇ ਕਿਹਾ ਜੀ ਅਸੀਂ ਉੱਥੇ ਹਸਪੀਟਲ ਬਣਾਵਾਂਗੇ, ਪਰ ਅਨਫੋਰਚੂਨੇਟਲੀ ਸਰਕਾਰ ਜਿਹੜੀ ਉਹ ਇਹਨਾਂ ਦੀ ਡਿੱਗ ਗਈ ਤੇ ਲਿਬਰਲ ਆ ਗਏ ਪਾਵਰ ਦੇ ਵਿੱਚ। ਇੱਥੇ ਜਿਹੜਾ ਹੁਣ ਬਰਾੜ ਸਾਹਿਬ ਹੁਣੀ ਕਹਿ ਕੇ ਹਟੇ ਆ ਵੀ ਉਹਦੀ ਫੰਡਿੰਗ ਅਪਰੂਵਡ ਹੈ, ਜਿਹੜੀ ਮੇਰੇ ਕੋਲੇ ਦਸਤਾਵੇਜ਼ ਹੈਗੇ ਆ, ਜਿਹੜੇ ਲੀਗਲ ਡਾਕੂਮੈਂਟ ਹੈਗੇ ਫਾਈਨੈਂਸ ਡਿਪਾਰਟਮੈਂਟ ਦੇ ਉੱਤੋਂ, ਉੱਥੇ ਕਿਤੇ ਵੀ ਜਿਹੜੀ ਫੰਡਿੰਗ ਉਹ ਉਸ ਹਸਪਤਾਲ ਸਾਈਟ ਲਈ ਅਪਰੂਵਡ ਨਹੀਂ ਹੈਗੀ। ਤੇ ਨਾ ਹੀ ਉਹ ਜਿਹੜੀ ਆਪੋਜੀਸ਼ਨ ਕੋਲੇ ਜਾਂ ਜਿਹੜੀ ਤੁਹਾਡੀ ਗ੍ਰੀਨ ਪਾਰਟੀ ਆ ਉਹਦੇ ਨਾਲ ਕਿਤੇ ਵੀ ਡਿਸਕਸ ਹੋਇਆ ਵੀ ਅਸੀਂ ਇੰਨਾ ਫੰਡ ਹੈ, ਇਹ ਅਸੀਂ ਉਹਦੇ ਲਈ ਰਾਖਵਾਂ ਰੱਖਿਆ। ਸਿਰਫ ਇੱਕ ਨਕਸ਼ੇ ਦੇ ਉੱਤੇ ਤੁਸੀਂ ਮੈਪ ਬਣਾ ਕੇ ਉਹਨੂੰ ਕਹਿ ਦੇਣਾ ਜੀ ਆਹ ਹਸਪਤਾਲ ਅਸੀਂ ਸਰੀ ਨੂੰ ਦੇ ਰਹੇ ਹਾਂ, ਉਹ ਇਨਫ ਨਹੀਂ ਹੈਗਾ। 3 ਸਾਲ ਬਹੁਤ ਜ਼ਿਆਦਾ ਲੰਮਾ ਸਮਾਂ ਹੁੰਦਾ। ਜੇ ਹਸਪਤਾਲ ਲਈ ਪ੍ਰੋਪਰ ਇਹਨਾਂ ਨੇ ਵਾਅਦਾ ਕੀਤਾ ਸੀਗਾ ਤਾਂ ਉਹ ਅੱਜ ਤੋਂ ਸਾਲ ਪਹਿਲਾਂ ਇਸ ਸਿਚੁਏਸ਼ਨ ਤੋਂ ਵੀ ਅੱਗੇ ਟੱਪਿਆ ਹੋਣਾ ਚਾਹੀਦਾ ਸੀਗਾ ਜੀ। ਜੇ ਬਰਾੜ ਸਾਹਿਬ ਕਹਿ ਕੇ ਹਟੇ ਆ ਕਿ ਜਿਹੜੀ ਉਹ ਆਪਣੇ ਹਸਪੀਟਲ ਦੀ ਸਾਈਟ ਸੀਗੀ ਉਹ ਆਪਣੇ ਕਿਸੇ ਡਿਵੈਲਪਰ ਨੂੰ ਲਿਬਰਲ ਗਵਰਨਮੈਂਟ ਨੇ ਪਿਛਲੀ ਵਾਰੀ ਵੇਚਤੀ, ਮੇਰਾ ਕੁਐਸਚਨ ਇਹ ਹੈ, ਤੁਸੀਂ ਗਵਰਨਮੈਂਟ ਦੇ ਬਹੁਤ ਲੰਬੇ ਸਮੇਂ ਤੋਂ ਹਿੱਸਾ ਹੋ, ਮੈਂ ਤਾਂ ਸਕੂਲ ਬੋਰਡ ਦਾ ਹੀ ਹਿੱਸਾ, ਪਰ ਸਾਡੇ ਵੀ ਇੱਥੇ $850 ਮਿਲੀਅਨ ਦਾ ਬਹੁਤ ਥੋੜ੍ਹਾ ਜਿਹਾ ਬਜਟ ਹੈਗਾ, ਜਿਹਨੂੰ ਅਸੀਂ ਜਿਹੜਾ ਬੈਲੈਂਸ ਕਰਦੇ ਐਜ਼ ਅ ਟਰਸਟੀ। ਸਾਨੂੰ ਵੀ ਪਤਾ ਜੇ ਅਸੀਂ ਸਕੂਲ ਬੋਰਡ ਦੀ ਕੋਈ ਸਾਈਟ ਡਿਸਪੋਜ਼ ਕਰਨੀ ਆ, ਉਹ ਅਸੀਂ ਕਿਸੇ ਨੂੰ ਕਲੋਜ਼ਡ ਐਨਵੈਲਪ ਦੇ ਵਿੱਚ ਨਹੀਂ ਡਿਸਪੋਜ਼ ਕਰ ਸਕਦੇ। ਇਟ ਇਜ਼ ਅ ਪਬਲਿਕ ਆਕਸ਼ਨ। ਉਹ ਮੈਨੂੰ ਦੱਸੋ ਬਰਾੜ ਸਾਹਿਬ, ਕੀ ਉਹ ਪਬਲਿਕ ਆਕਸ਼ਨ ਹੁੰਦੀ ਹੈ ਕਿ ਉਹ ਇਨਕਲੋਜ਼ਡ ਕਿਸੇ ਕੋਈ ਵੀ ਆ ਕੇ ਉਹਦੇ ਤੇ ਕਲੋਜ਼ਡ ਬਿਡ ਕਰਕੇ ਲੈ ਕੇ ਜਾ ਸਕਦਾ? ਪਹਿਲੀ ਗੱਲ ਤਾਂ ਇਹ ਪ੍ਰਾਇੋਰਟੀ ਹੈ ਜੀ। ਪਬਲਿਕ ਆਕਸ਼ਨ ਜਿਹੜੀ ਹੈਗੀ ਹੈ ਉਹ ਹੁੰਦੀ ਹੈ, ਪਰ ਉਸ ਤੋਂ ਇਲਾਵਾ ਇਹ ਹੈ ਕਿ ਜ਼ਮੀਨ ਵੇਚਣੀ ਕਿਹੜੀ ਹੈ। ਹਸਪਤਾਲ ਦੀ ਜ਼ਮੀਨ ਜਿਹੜੀ ਵੇਚੀ ਗਈ ਉਹਦੇ 'ਚ ਤਾਂ $3 ਮਿਲੀਅਨ ਦਾ ਘਾਟਾ ਪਾ ਕੇ ਵੇਚੀ ਗਈ ਜੀ। ਉਸ ਤੋਂ ਇਲਾਵਾ ਹੁਣ ਇਹ ਕਹਿਣਗੇ ਪਬਲਿਕ ਆਕਸ਼ਨ ਹੋ ਰਹੀ ਹੈ, 6 ਮਿਲੀਅਨ ਦੀ ਜ਼ਮੀਨ 1 ਲੱਖ 'ਚ ਵੇਚੀ ਗਈ। ਮੈਨੂੰ ਦੱਸੋ ਕਿਹੋ ਜਿਹੀ ਪਬਲਿਕ ਆਕਸ਼ਨ ਸੀਗੀ ਉਹ, ਔਰ ਕਿਹਦੀ ਆਪਸ਼ਨ ਸੀ ਉਹ 1 ਮਿਲੀਅਨ ਦੀ, ਜਿਹੜਾ ਬੰਦਾ ਲਿਬਰਲ ਪਾਰਟੀ ਨੂੰ ਜਿਹੜਾ ਹੈਗਾ ਫੰਡ ਦਿੰਦਾ ਸੀਗਾ। ਸੋ ਐਬਸਫੋਰਡ ਦੇ ਹਸਪਤਾਲ ਦੀ ਗੱਲ ਨਾ ਕਰੀਏ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਜ਼ਮੀਨ ਇਹ ਨਾ ਵੇਚਦੇ, ਉੱਥੇ ਹਸਪਤਾਲ ਦੀ ਸਾਰੀ ਬਹੁਤ ਗਾਹਾਂ ਨਿਕਲੀ ਹੁੰਦੀ ਹੈ। ਜੋ ਨਵੇਂ ਸਿਰੋਂ ਕੰਮ ਸ਼ੁਰੂ ਕੀਤਾ, ਪਰ ਜ਼ਮੀਨ ਇਹਨਾਂ ਨੇ ਕਿਹੜਾ ਬਹੁਤ ਵੱਡਾ ਪ੍ਰੋਜੈਕਟ ਸੀ ਲੋਕਾਂ ਦਾ, ਉਹ ਜ਼ਮੀਨ ਵੇਚ ਕੇ ਆਪਣੇ ਦੋਸਤ ਨੂੰ ਵੇਚ ਕੇ ਜਿਹੜੇ ਨੇ ਫੰਡ ਦਿੱਤੀ ਹੈ, ਤਾਂ ਲੋਕਾਂ ਦਾ ਜਿਹੜਾ ਕੰਮ ਇਹਨਾਂ ਨੇ ਬੰਦ ਕੀਤਾ। ਜੇ ਉਹ ਜ਼ਮੀਨ ਹੁੰਦੀ ਤਾਂ ਹਸਪਤਾਲ ਜਿਹੜਾ ਹੈਗਾ ਉਹਦੀ ਸਾਰੀ ਸ਼ੁਰੂ ਹੋ ਜਾਣੀ ਸੀ। ਡਾਕਟਰ ਸਾਹਿਬ, ਆਖਰੀ ਸਵਾਲ ਅਫੋਰਡੇਬਿਲਟੀ ਹਾਊਸਿੰਗ ਦੇ ਉੱਤੇ। ਜਦੋਂ ਲਾਸਟ ਪਲੇਟਫਾਰਮ ਸੀਗਾ ਉਹਦੇ ਵਿੱਚ ਇਹ ਖਾਸ ਤੌਰ ਤੇ ਗੱਲ ਕੀਤੀ ਗਈ ਸੀ ਕਿ ਘਰ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਤੱਕ ਮਿਲਣਗੇ, ਹੋਏ ਨਹੀਂ। ਕੀ ਇਹ ਵੱਸ 'ਚ ਹੈਗਾ? ਘਰ ਦੇ ਰੇਟ ਤਾਂ ਹੋਰ ਵਧੀ ਜਾਂਦੇ ਆ, ਜਿਵੇਂ ਇਹ ਰੀਅਲਟਰ ਨੇ ਦੱਸ ਵੀ ਰਹੇ ਨੇ। ਕੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੱਥ 'ਚ ਹੈਗਾ ਵੀ ਇਹਨੂੰ ਕਿਸੇ ਤਰ੍ਹਾਂ ਮੈਨੇਜ ਕਰ ਸਕਦੇ ਆ, ਜਾਂ ਹੋਰ ਹੀ ਫੈਕਟਰ ਨੇ ਜਿਹੜੇ ਕੰਟਰੋਲ 'ਚ ਹੈ ਹੀ? ਦੇਖੋ ਜੀ, ਸੂਬਾ ਸਰਕਾਰ ਜਿਹੜੇ ਕੁਝ ਐਕਸ਼ਨ ਲੈ ਸਕਦੀ ਹੈ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ ਇਹਦੇ 2 ਪਹਿਲੂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ। ਇੱਕ ਤਾਂ ਹੈਗਾ ਕਿ ਜਿਹੜੀ ਪ੍ਰਾਈਵੇਟ ਜਿਹੜੀ ਮਾਰਕੀਟ ਹੈਗੀ ਹੈ, ਉਹਦੇ ਵਿੱਚ ਜਿਹੜੀ ਹਾਊਸਿੰਗ ਦੀ ਪ੍ਰਾਈਸਿੰਗ ਫਲਕਚੁਏਟ ਕਰਦੀ, ਇਹਨੂੰ ਫ੍ਰੀ ਮਾਰਕੀਟ ਅਸੀਂ ਕਹਿੰਦੇ ਹਾਂ, ਉਹਨੂੰ ਤੁਸੀਂ ਜੇ ਉਹਦੇ 'ਚ ਕੋਈ ਗਲਤ ਕੰਮ ਹੋ ਰਿਹਾ ਤਾਂ ਉਹਨੂੰ ਕਿਵੇਂ ਤੁਸੀਂ ਰੋਕ ਸਕਦੇ ਆ, ਰੋਕ ਕੇ ਤੇ ਤੁਸੀਂ ਪ੍ਰਾਈਸ ਨੂੰ ਸਟੇਬਲਾਈਜ਼ ਕਿਵੇਂ ਕਰ ਸਕਦੇ ਹੋ। ਦੂਜਾ ਹੈਗਾ ਜਿਹੜੇ ਪਬਲਿਕ ਹਾਊਸਿੰਗ ਜਿਹੜੀ ਹੈਗੀ ਹੈ, ਜਿੱਥੇ ਆਪਣੇ ਉੱਤੇ ਪੰਜਾਬ ਸਰਕਾਰ ਦੇ ਘਰ ਬਣੇ ਹੁੰਦੇ, ਇੱਥੇ ਪਬਲਿਕ ਹਾਊਸਿੰਗ ਜਿਹੜੀ ਹੈਗੀ BC ਹਾਊਸਿੰਗ ਉਹ ਹੈਗੀ। ਜਿਹੜੀ ਪ੍ਰਾਈਵੇਟ ਸੈਕਟਰ ਦੀ ਜਿਹੜੀ ਫ੍ਰੀ ਇਕੋਨਮੀ 'ਚ ਹਾਊਸਿੰਗ ਬਣ ਰਹੀ ਹੈ, ਉਹਦੇ ਵਿੱਚ ਅਸੀਂ ਆਉਣ ਤੋਂ ਬਾਅਦ BC ਲਿਬਰਲ ਸਰਕਾਰ ਥੱਲੇ ਜਿਹੜਾ ਹੈਗਾ ਬਿਲੀਅਨਸ ਆਫ ਡਾਲਰਸ ਦੀ ਜਿਹੜੀ ਹੈਗੀ ਹੈ
ਉਹ ਮਨੀ ਲਾਂਡਰਿੰਗ ਹੋ ਰਹੀ ਸੀਗੀ ਔਰ ਉਹ ਜਿਹੜੇ ਬੰਦੇ ਕਰ ਰਹੇ ਸੀਗੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਡਰੱਗ ਡੀਲਰ ਕਰਨ ਵਾਲੇ ਬੰਦੇ ਇੱਥੇ ਆ ਕੇ ਜਿਹੜਾ ਹੈਗਾ ਘਰਾਂ ਦੀਆਂ ਪ੍ਰਾਈਸਾਂ ਰਾਤੋਂ ਰਾਤ ਉਹਨਾਂ ਨੇ ਚੱਕਤੀਆਂ। ਡਾਕੂਮੈਂਟ ਪੇਸ਼ ਕੀਤੇ ਗਏ ਉਸ ਵੇਲੇ ਦੀ ਕੈਬਨਿਟ ਨੂੰ ਵੀ ਆਹ ਕੁਛ ਹੋ ਰਿਹਾ, ਉਹਨੂੰ ਬੰਦ ਕੀਤਾ ਗਿਆ। ਅੱਜ ਤੱਕ ਜਿਹੜੀ ਵਿਲਕਨਸਨ ਸਾਹਿਬ ਸਾਨੂੰ ਉਹ ਡਾਕੂਮੈਂਟ ਤੱਕ ਐਕਸੈਸ ਨਹੀਂ ਦੇ ਰਹੇ ਕਿਉਂਕਿ ਪੁਰਾਣੀ ਕੈਬਨਿਟ ਕੋਲੇ ਉਹਦਾ ਹੱਕ ਹੁੰਦਾ ਜਿਹੜਾ ਹੈਗਾ ਉਹਨੂੰ ਦੇਖਣ ਵਾਸਤੇ। ਉਹ ਅਸੀਂ ਉਸ ਨੂੰ ਬੰਦ ਕਰਨ ਵਾਸਤੇ ਅਸੀਂ ਉਹਨਾਂ ਦੇ ਉੱਤੇ ਜਿਹੜੇ ਬਾਹਰੋਂ ਬੰਦੇ ਆ ਕੇ BC ਦੇ ਲੋਕਾਂ ਦਾ ਹੱਕ ਖੋਹ ਰਹੇ ਆ ਉਹਨਾਂ ਤੇ ਟੈਕਸ ਲਾਇਆ 20% ਕਿ ਉਹ ਬਾਹਰੋਂ ਜਿਹੜੇ ਗਲਤ ਬੰਦੇ ਖਾਸ ਕਰਕੇ ਆ ਰਹੇ, ਕੋਈ ਜਾਇਜ਼ ਬੰਦਾ ਆਵੇ ਉਹ ਲੈ ਸਕਦਾ, ਜਿਹੜਾ ਗਲਤ ਬੰਦਾ ਆ ਰਿਹਾ ਉਹ 20% ਟੈਕਸ ਦੇਵੇ। ਉਹਦਾ ਕਿੰਨਾ ਕੁ ਇੰਪੈਕਟ ਮਾਰਕੀਟ ਦੇ ਉੱਤੇ ਹੈਗਾ, ਕਿੰਨਾ ਕੁ ਨਹੀਂ, ਲੋਕਾਂ ਨੂੰ ਪਤਾ ਹੋਣਾ, ਪਰ ਉਹ ਇੱਕ ਐਕਸ਼ਨ ਲਿਆ ਗਿਆ। ਇਸੇ ਤਰੀਕੇ ਨਾਲ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਘਰ ਲੈ ਕੇ ਖਾਲੀ ਛੱਡ ਕੇ ਚੱਲ ਜਾਂਦੇ ਸੀਗੇ। ਇੱਥੇ BC ਦੇ ਲੋਕ ਕਿਰਾਏ ਵਾਸਤੇ ਘਰ ਭਾਲਦੇ ਸੀਗੇ। ਵੇਕੈਂਟ ਹਾਊਸ ਦੇ ਉੱਤੇ ਟੈਕਸ ਲੱਗਿਆ ਜਿਹਦੇ ਨਾਲ ਜਿਹੜੀ ਵੇਕੈਂਸੀ ਰੇਟ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਵੈਨਕੂਵਰ 'ਚ ਖਾਸ ਕਰਕੇ ਜਿਹੜੇ ਲੋਕਾਂ ਦੇ ਅਪਾਰਟਮੈਂਟ ਲਏ ਸੀਗੇ ਉਹ ਹੁਣ ਕਿਰਾਏ 'ਤੇ ਚੜ੍ਹ ਕੇ ਘੱਟੋ ਘੱਟ ਲੋਕਾਂ ਨੂੰ ਉਹ ਮਕਾਨ ਮਿਲਣ ਲੱਗ ਗਏ। ਉਸ ਤੋਂ ਇਲਾਵਾ ਜੀ ਅਸੀਂ $7 ਬਿਲੀਅਨ ਸਾਡੀ ਕਮਿਟਮੈਂਟ ਹੈਗੀ ਹੈ 10 ਸਾਲਾਂ ਦੇ ਵਿੱਚ ਜਿਹੜਾ ਅਫੋਰਡੇਬਲ ਹਾਊਸ ਬਣਾਉਣ ਦੇ ਵਾਸਤੇ, ਜਿਹਦੇ 'ਚੋਂ 11,000 ਜਿਹੜੇ ਅਫੋਰਡੇਬਲ ਹਾਊਸਿੰਗ ਨੇ ਜੀ ਜਿਹੜਾ ਲੋ ਇਨਕਮ ਲੋਕਾਂ ਦੇ ਲਈ ਉਹ ਸਰੀ ਵਾਸਤੇ ਜਿਹੜੇ ਅਪਰੂਵ ਹੋ ਚੁੱਕੇ ਜੀ। ਸਿੰਘ ਸਾਹਿਬ, ਕ੍ਰਿਸਟੀ ਕਲਾਰਕ ਉਹਨਾਂ ਨੇ ਇੱਕ ਸਕੀਮ ਕੱਢੀ ਸੀ ਵੀ 50% ਜਿਹੜੀ ਡਾਊਨ ਪੇਮੈਂਟ ਅਸੀਂ ਦੇਵਾਂਗੇ ਤਾਂ ਕਿ ਲੋਕਾਂ ਤੱਕ ਘਰਾਂ ਦੀ ਪਹੁੰਚ ਹੋ ਸਕੇ, ਪਰ ਉਹ ਸ਼ਾਇਦ ਕੁਛ ਕੁ ਨੇ ਲਈ। ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਦੇ ਹੋ, ਕੀ ਪਲਾਨ ਆ ਜੀ? ਕੁਝ ਕੰਟਰੋਲ 'ਚ ਹੋ ਸਕਦੀ ਹੈ ਜਿਹੜੀ ਇਹ ਪ੍ਰਾਈਵੇਟ ਮਾਰਕੀਟ ਹੈ? ਮੈਨੂੰ ਉਹਦੇ ਬਾਰੇ ਜਾਣਕਾਰੀ ਬਹੁਤੀ ਨਹੀਂ ਹੈਗੀ ਜੀ, ਪਰ ਬਰਾੜ ਸਾਹਿਬ ਦਾ ਜਿਹੜਾ ਸੀਗਾ ਕਿ ਜਿਹੜੀ ਹਾਊਸਿੰਗ ਜਿਹੜੀ ਹੈ ਇਹਨੂੰ ਅਫੋਰਡੇਬਲ ਆਪਾਂ ਕਿੱਦਾਂ ਬਣਾ ਸਕਦੇ ਹਾਂ, ਤਾਂ ਮੇਰਾ ਤਾਂ ਉਹਦੇ 'ਤੇ ਇੱਕੋ ਹੀ ਵਿਚਾਰ ਹੈ। ਐਜ਼ ਅ ਬੀਇੰਗ ਅ ਰੀਅਲਟਰ ਮਾਰਕੀਟ ਦੇ ਵਿੱਚ ਰਹਿਣਾ, ਮੈਂ ਪਿਛਲੇ 7 ਸਾਲਾਂ ਤੋਂ ਰੀਅਲ estate ਏਜੰਟ ਦੀਆਂ ਸਰਵਿਸਿਜ਼ ਦੇ ਰਿਹਾ। ਸਪਲਾਈ ਐਂਡ ਡਿਮਾਂਡ ਦੇ ਉੱਤੇ ਸਾਰੀ ਜਿਹੜੀ ਇਹ ਮਾਰਕੀਟ ਉਹ ਆਧਾਰਿਤ ਹੈ। ਜਿਹੜੇ ਪ੍ਰਾਈਸਿਸ ਵੀ ਆ ਉਹ ਸਭ ਸਪਲਾਈ ਐਂਡ ਡਿਮਾਂਡ ਦੇ ਉੱਤੇ ਨਿਰਭਰ ਕਰਦੇ ਆ। ਜੇ ਸਪਲਾਈ ਇਨਫ ਹੋਊਗੀ ਤਾਂ ਹੀ ਜਿਹੜੀ ਉਹਦੀ ਪ੍ਰਾਈਸਿਸ ਦੇ ਉੱਤੇ ਤੁਸੀਂ ਕੰਟਰੋਲ ਪਾ ਸਕਦੇ ਹੋ। ਸੋ ਚਾਹੀਦਾ ਕੀ ਆ, ਅਸੀਂ ਇਹ ਕੈਚ 21 ਹੈਗਾ, ਉਹਦੇ ਵਿੱਚ ਕੀ ਆ ਵੀ ਅਸੀਂ ਕਹਿੰਦੇ ਆ ਵੀ ਪਹਿਲਾਂ ਸਕੂਲ ਬਣਨ, ਨਾਲ ਪਾਰਕ ਬਣਨ, ਫਿਰ ਅਸੀਂ ਘਰ ਬਣਾਉਣੇ ਆ। ਪਰ ਜ਼ਰੂਰਤ ਕੀ ਹੈ, ਜੇ ਤੁਸੀਂ ਹਾਊਸਿੰਗ ਪ੍ਰਾਈਸਿਸ ਨੂੰ ਅਫੋਰਡੇਬਲ ਲੈ ਕੇ ਆਉਣਾ, ਉਹਨਾਂ ਨੂੰ ਆਮ ਬੰਦੇ ਦੀ ਰੇਂਜ ਦੇ ਵਿੱਚ ਲੈ ਕੇ ਆਉਣਾ, ਤਾਂ ਆਪਾਂ ਨੂੰ ਵੱਧ ਤੋਂ ਵੱਧ ਜਿਹੜੀ ਇਨਵੈਂਟਰੀ ਲਿਆਉਣ ਦੀ ਲੋੜ ਹੈ। ਚਾਹੇ ਉਹ ਸਿੰਗਲ ਫੈਮਿਲੀ ਡਿਟੈਚਡ ਹਾਊਸਿਸ ਹੈ, ਚਾਹੇ ਉਹ ਮਲਟੀ ਫੈਮਿਲੀ ਹਾਊਸਿਸ ਹੈ, ਚਾਹੇ ਉਹ ਕੰਡੋਮੀਨੀਅਮ ਸਾਈਟਸ ਹੈਗੀਆਂ। ਯੂ ਹੈਵ ਟੂ ਬ੍ਰਿੰਗ ਮੈਕਸਿਮਮ ਇਨਵੈਂਟਰੀ ਇਨ ਦਾ ਮਾਰਕੀਟ ਟੂ ਬ੍ਰਿੰਗ ਦੀ ਪ੍ਰਾਈਸਿਸ ਡਾਊਨ। ਇਹ ਹੈਗਾ ਜੀ ਕੈਚ 21 ਜਿਹੜਾ ਅਫੋਰਡੇਬਲ ਹਾਊਸਿੰਗ ਦਾ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ। 16 ਸਾਲ ਲਿਬਰਲ ਸਰਕਾਰ ਰਹੀ ਹੈ ਪਾਵਰ ਦੇ ਵਿੱਚ ਜੀ। ਇਹ ਜਿਹੜਾ ਮੇਰੇ ਛੋਟੇ ਭਾਈ ਨੇ ਆਰਗੂਮੈਂਟ ਕੀਤਾ, ਇਹੀ ਆਰਗੂਮੈਂਟ ਸੁਣਦਾ ਰਿਹਾ ਮੈਂ ਵਿਧਾਨ ਸਭਾ 'ਚ, ਮੇਰੇ ਕੰਨ ਥੱਕ ਗਏ ਜੀ ਕਿ ਸਪਲਾਈ ਐਂਡ ਡਿਮਾਂਡ, ਪਰ ਸਪਲਾਈ ਐਂਡ ਡਿਮਾਂਡ ਹੱਲ ਨਹੀਂ ਹੋਈ ਲਿਬਰਲ ਸਰਕਾਰ ਤੋਂ। ਬਰਾੜ ਸਾਹਿਬ ਇੱਕ ਕੁਐਸਚਨ ਹੈ ਨਿੱਕਾ ਜਿਹਾ, ਬਰਾੜ ਸਾਹਿਬ ਕਿ ਵੀ ਉਹ ਸਪਲਾਈ ਐਂਡ ਡਿਮਾਂਡ ਜਿਹੜੀ ਹੈਗੀ ਹੈ ਉਹ ਕਿੱਥੇ ਹੱਲ ਹੋਊਗੀ, ਕਿਉਂਕਿ ਬਹੁਤ ਸਾਰਾ ਜਿਹੜਾ ਕੰਮ ਹੈ ਇਹਦੇ 'ਚ। ਜਿਹੜਾ ਫੋਰਨ ਬਾਇਰ ਟੈਕਸ ਸੀਗਾ ਕਿਹੜੀ ਪਾਰਟੀ ਲੈ ਕੇ ਆਈ ਹੈ ਜੀ? ਤੁਸੀਂ ਲੈ ਕੇ ਆਓ, ਅਸੀਂ ਲਾਗੂ ਕੀਤਾ। ਸੋ ਪਰ ਤੁਸੀਂ ਪਹਿਲਾਂ ਇਹ ਲਾਉਣਾ ਨਹੀਂਗਾ, ਲਿਬਰਲ ਪਾਰਟੀ ਲੈ ਕੇ ਆਈ ਹੈ। ਸੋ ਮੈਂ ਉਹ ਤੁਹਾਡਾ ਪਹਿਲਾਂ ਤੁਸੀਂ ਕਹਿ ਗਏ ਵੀ ਅਸੀਂ ਲੈ ਕੇ ਆਏ, ਪਰ ਉਹ ਲਿਬਰਲ ਪਾਰਟੀ ਪਹਿਲਾਂ ਅਸੀਂ ਬਤਾਇਆ, ਪਰ ਤੁਸੀਂ ਪਹਿਲਾਂ ਇਹ ਲਾ ਹੀ ਨਹੀਂ ਸਕਦੇ, ਲਾਉਣਾ ਪਿਆ। ਸਿੰਘ ਸਾਹਿਬ, ਬਹੁਤ ਸਾਰੇ ਮੁੱਦੇ ਨੇ ਔਰ ਬੜੀ ਲੰਬੀ ਚੌੜੀ ਗੱਲਬਾਤ ਚਾਹੀਦੀ ਹੈ, ਔਰ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਬਹੁਤ ਹੀ ਇੱਕ ਚੰਗੀ ਡਿਸਕਸ਼ਨ ਜਿਹੜੀ ਔਰ ਡਿਬੇਟ ਕੀਤਾ, ਆਪਣੇ ਮੁੱਦੇ ਇੱਕ ਸਹੀ ਤਰੀਕੇ ਨਾਲ ਜਿੱਦਾਂ ਹੋਣੇ ਚਾਹੀਦੇ ਲੋਕਾਂ ਦੇ ਸਾਹਮਣੇ ਰੱਖੇ ਆ। ਬਹੁਤ ਸਾਰੇ ਮੁੱਦੇ ਜਿਹੜੇ ਰਹਿ ਵੀ ਗਏ ਆ, ਕਦੇ ਫੇਰ ਜ਼ਰੂਰ ਗੱਲਬਾਤ ਕਰਾਂਗੇ। ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਇੱਥੇ ਆਉਣ। ਮੈਂ ਤੁਹਾਡਾ ਸ਼ੁਕਰੀਆ ਕਰਦਾ ਜੀ ਕਿ ਤੁਸੀਂ ਬਹੁਤ ਸੁਚੱਜੇ ਢੰਗ ਨਾਲ ਔਰ ਬਹੁਤ ਸਤਿਕਾਰ ਦੇ ਵਿੱਚ ਬੜੀ ਬੈਲੈਂਸ ਕਰਕੇ ਜਿਹੜੀ ਇਹ ਡਿਬੇਟ ਕਰਾਈ ਹੈ। ਮੈਂ ਤਾਂ ਮਤਲਬ ਮੇਰੇ ਕੋਲ ਸ਼ਬਦ ਨਹੀਂ, ਮੈਂ ਤੁਹਾਡਾ ਧੰਨਵਾਦ ਕਰ ਸਕਾਂ, ਕਿਉਂਕਿ ਇਹੀ ਢੰਗ ਹੈ ਜਿਹੜੇ ਸਾਡੇ ਦੇਖ ਰਹੇ ਲੋਕਾਂ ਦੇ ਕੋਲੇ ਜਿਹੜਾ ਦੋ ਵਿਜ਼ਨ ਜਿਹੜੇ ਹੈਗੇ ਵੱਖਰੇ ਵੱਖਰੇ ਪੇਸ਼ ਕਰਨਾ। ਜੇ ਉੱਥੇ ਲੜਾਈ ਚੱਲਦੀ ਹੈ ਜਾਂ ਹੋਰ ਚੱਲਦਾ ਫਿਰ ਔਖਾ ਹੈ। ਤੁਹਾਡਾ ਬਹੁਤ ਮਿਹਰਬਾਨੀ, ਸ਼ੁਕਰੀਆ। ਬਸ ਜਸਕਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਰਾੜ ਸਾਹਿਬ ਧੰਨਵਾਦ ਤੁਹਾਡਾ। ਸਾਰੇ ਲਿਸਨਰਸ ਦਾ, ਵਿਊਅਰਸ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ ਜੀ। ਸ਼ੁਕਰੀਆ ਜੀ। ਦੋਸਤੋ, ਇਹਨਾਂ ਦੋਵਾਂ ਉਮੀਦਵਾਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਡਿਸਕਸ਼ਨ ਅਸੀਂ ਜਾਰੀ ਰੱਖਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਅਸੀਂ ਸਮਾਪਤ ਕਰਦੇ ਹਾਂ। ਫਿਰ ਤੁਹਾਡੇ ਨਾਲ ਕੱਲ ਦੁਬਾਰਾ ਮੁਲਾਕਾਤ ਹੋਏਗੀ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।